ਕਥਾ ਸੁਧਾਈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਤਿਆਦਿਕ ਉੱਤਰ ਦੀਏ। ਦਿਜਨ ਮਾਨ ਕਰ ਭੰਗ, ਇਕ ਸਤਿਗੁਰ ਕੋ ਆਸ਼ਰਾ, ਨਿਸ਼ਚੈ ਕੀਨ ਅਭੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ। ਸਾਧ ਸੰਗਤ ਜੀਓ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ ਔਰ ਆਪ ਜੀ ਨੇ ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਸ਼ਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਮਹਾਰਾਜ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਚੱਲ ਰਿਹਾ ਹੈ। 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਚਰਨਾਂ ਦੇ ਸੇਵਕ ਭਾਈ ਗੁਰਦਾਸ ਜੀ ਬਨਾਰਸ 'ਚ ਪਹੁੰਚੇ ਹੋਏ ਹਨ, ਜਿੱਥੇ ਉਹਨਾਂ ਦੀ ਵਿਦਵਤਾ ਤੋਂ ਬਨਾਰਸ ਦੇ ਪੰਡਿਤ ਬਹੁਤ ਪ੍ਰਭਾਵਿਤ ਹੋ ਕੇ ਉਹਨਾਂ ਦੇ ਸੇਵਕ ਬਣ ਰਹੇ ਹਨ। ਇੱਥੋਂ ਤੱਕ ਵੀ ਕਾਂਸ਼ੀ ਦਾ ਰਾਜਾ ਵੀ ਭਾਈ ਗੁਰਦਾਸ ਜੀ ਦਾ ਭਗਤ ਬਣ ਗਿਆ ਔਰ ਚਰਨ ਪਉ ਲੈ ਕੇ ਸਿੱਖੀ ਧਾਰਨ ਕੀਤੀ ਤੇ ਗੁਰਮਤਿ ਅਭਿਆਸ, ਬਾਣੀ, ਸੇਵਾ, ਸਿਮਰਨ ਦਾ ਰਸੀਆ ਬਣ ਗਿਆ। ਤੋਂ ਬਹੁਤ ਸਾਰੇ ਪੰਡਿਤ ਭਾਈ ਸਾਹਿਬ ਜੀ ਕੋਲ ਸ਼ੰਕਾ ਕਰਨ ਵਾਸਤੇ ਆਏ ਕਿ ਆਪ ਜੀ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੀ ਬਾਣੀ ਨਹੀਂ ਪੜ੍ਹਦੇ ਤੇ ਕਹਿੰਦੇ ਉਹ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਦੇਵੀ ਦੇਵਤਿਆਂ, ਗੁਰੂਆਂ ਪੀਰਾਂ ਨੂੰ ਛੱਡ ਕੇ ਇੱਕ ਗੁਰੂ ਨਾਨਕ ਤੇ ਭਰੋਸਾ ਰੱਖਦੇ ਹੋ, ਇਹਦਾ ਕੀ ਕਾਰਨ ਹੈ? ਭਾਈ ਸਾਹਿਬ ਜੀ ਨੇ ਉੱਤਰ ਦਿੱਤਾ, ਜਿਵੇਂ ਬੱਚਾ ਆਪਣੀ ਮਾਂ ਨੂੰ, ਗਾਂ ਨੂੰ ਛੱਡ ਕੇ ਕਿਸੇ ਹੋਰ ਦਾ ਦੁੱਧ ਪੀਣਾ ਚਾਹਵੇ ਤਾਂ ਦੁੱਧ ਤਾਂ ਨਹੀਂ ਮਿਲਦਾ, ਮਗਰ ਲੱਤ ਜ਼ਰੂਰ ਪੈ ਜਾਂਦੀ ਹੈ। ਜੈਸੇ ਬਛੜਾ ਬਿਛੜ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਜਿਵੇਂ ਹੰਸ ਮਾਨਸਰ ਨੂੰ ਛੱਡ ਕੇ ਛੱਪੜ 'ਤੇ ਆ ਜਾਵੇ, ਮੋਤੀ ਤਾਂ ਨਹੀਂ ਮਿਲਦੇ ਬਲਕਿ ਅਪਮਾਨ ਹੁੰਦਾ ਹੈ, ਅਪਜਸ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਔਰ ਗੁਰੂ ਨੂੰ ਛੱਡ ਕੇ ਸਿੱਖ ਨੂੰ ਕੁਛ ਵੀ ਨਹੀਂ ਮਿਲਦਾ, ਸਿਵਾਏ ਧੱਕਿਆਂ ਤੋਂ। ਧੱਕੇ ਪੈਂਦੇ ਹਨ, ਦੋਵਾਂ ਜਹਾਨਾਂ ਵਿੱਚ ਮੁੱਖ ਕਾਲਾ ਹੁੰਦਾ ਹੈ। ਆਪਣੇ ਪਤੀ ਨੂੰ ਛੱਡ ਕੇ ਦੂਸਰੇ ਪਤੀ ਦੀ ਆਸ ਰੱਖਣ ਵਾਲੀ ਇਸਤਰੀ ਦਾ ਵੀ ਕਿਤੇ ਮਾਣ ਸਨਮਾਨ ਨਹੀਂ ਹੁੰਦਾ। ਸਹੁਰੇ ਘਰੋਂ ਵੀ ਤੇ ਪੇਕੇ ਘਰ ਤੋਂ ਵੀ ਅਪਮਾਨਿਤ ਹੁੰਦੀ ਹੈ। ਸੋ ਭਾਈ ਸਾਹਿਬ ਕਹਿੰਦੇ, ਗੁਰੂ ਨੂੰ ਛੱਡ ਕੇ ਹੋਰ ਇੱਧਰ ਉੱਧਰ ਭਟਕਣ ਵਾਲਿਆਂ ਦੀ ਵੀ ਇਹੀ ਹਾਲਤ ਹੁੰਦੀ ਹੈ। ਸੋ ਇਹ ਬਚਨ ਸੁਣ ਕੇ ਪੰਡਤਾਂ ਨੇ ਹੋਰ ਸਵਾਲ ਕੀਤੇ ਹਨ, ਕਿਉਂਕਿ ਕਾਸ਼ੀ ਦੇ ਪੰਡਿਤ ਬਹੁਤ ਵਿਦਵਾਨ, ਅੱਜ ਵੀ ਉੱਥੇ 2.5 ਲੱਖ ਦੇ ਲਗਭਗ ਵਿਦਿਆਰਥੀ ਪੜ੍ਹਦੇ ਹਨ। ਬਨਾਰਸ ਦੇ ਵਿੱਚ ਕੋਈ ਗਲੀ ਐਸੀ ਨਹੀਂ ਜਿੱਥੇ ਵਿਦਿਆਲਾ, ਪਾਠਸ਼ਾਲਾ ਨਹੀਂ ਚੱਲ ਰਹੀ। ਬੜੇ ਬੜੇ ਮਹਾਪੰਡਿਤ ਵਿਦਵਾਨ ਉੱਥੇ ਬੈਠੇ ਨੇ ਔਰ ਵਾਲ ਦੀ ਖੱਲ ਲਾ ਦਿੰਦੇ, ਇੰਨੀ ਵਿੱਦਿਆ ਉਹਨਾਂ ਦੇ ਕੋਲ ਹੈ। ਭਾਈ ਗੁਰਦਾਸ ਜੀ ਦੇ ਸਾਹਮਣੇ ਉਹ ਵੀ ਨਿਰੁੱਤਰ ਹੋ ਗਏ। ਇੱਥੋਂ ਅੰਦਾਜ਼ਾ ਲਾਓ ਕਿ ਭਾਈ ਸਾਹਿਬ ਦੀ ਵਿੱਦਿਆ ਕਿੰਨੀ ਹੋਵੇਗੀ। ਧੰਨ ਗੁਰੂ ਅਮਰਦਾਸ ਦੇ ਭਤੀਜੇ ਸਨ ਔਰ ਗੁਰੂ ਘਰ ਵਿੱਚ ਸਭ ਤੋਂ ਮਹਾਨ ਗੁਰਸਿੱਖ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਿਦਵਤਾ, ਆਓ ਦੇਖੀਏ ਕਿਵੇਂ ਜ਼ਾਹਰ ਹੋ ਰਹੀ ਹੈ ਕਾਸ਼ੀ ਦੇ ਵਿੱਚ। ਪਿਆਰ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤਿਆਦਿਕ ਉੱਤਰ ਦੀਏ। ਇਸ ਪ੍ਰਕਾਰ ਭਾਈ ਸਾਹਿਬ ਗੁਰਦਾਸ ਜੀ ਨੇ ਗੁਰੂ ਦੇ ਉੱਤੇ ਨਿਸ਼ਚਾ ਪੱਕਾ ਰੱਖਿਆ ਔਰ ਉਹਨਾਂ ਪੰਡਤਾਂ ਨੂੰ ਇਹ ਉੱਤਰ ਦਿੱਤੇ ਵੀ ਆਪਣੇ ਗੁਰੂ ਨੂੰ ਛੱਡ ਕੇ ਹੋਰ ਥਾਂ ਜਾਣ ਵਾਲਾ ਬੰਦਾ ਹਮੇਸ਼ਾ ਹੀ ਖੁਆਰ ਹੁੰਦਾ ਹੈ। ਦਿਜਨ ਮਾਨ ਕਰ ਭੰਗ। ਤੇ ਪੰਡਤਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਉਹਨਾਂ ਦਾ ਹੰਕਾਰ ਤੋੜਿਆ, ਕਿਉਂਕਿ ਉਹਨਾਂ ਨੂੰ ਆਪਣੀ ਵਿੱਦਿਆ ਦਾ ਬਹੁਤ ਮਾਣ ਹੁੰਦਾ ਸੀ। ਭਾਈ ਸਾਹਿਬ ਜੀ ਨੇ ਐਸੇ ਵਿਚਾਰ ਦਿੱਤੇ, ਨਿਰੁੱਤਰ ਕਰ ਦਿੱਤਾ ਉਹਨਾਂ ਨੂੰ। ਇੱਕ ਸਤਿਗੁਰ ਕੋ ਆਸਰਾ, ਇੱਕ ਗੁਰੂ ਦਾ ਆਸਰਾ, ਗੁਰੂ ਤੇ ਭਰੋਸਾ ਕਿਵੇਂ ਰੱਖੀਦਾ ਹੈ, ਇਹ ਸਿੱਧ ਕਰ ਦਿੱਤਾ, ਨਿਸ਼ਚਾ ਕਰਾ ਦਿੱਤਾ ਭਾਈ ਸਾਹਿਬ ਜੀ ਨੇ।
ਨਿਸ਼ਚੈ ਕੀਨ ਅਪਹੰਗ। ਅਭੰਗ ਜਿਹੜਾ ਨਿਸ਼ਚਾ ਕਦੀ ਟੁੱਟੇ ਨਾ, ਵਿਸ਼ਵਾਸ ਹਮੇਸ਼ਾ ਹੀ ਬਣਿਆ ਰਵੇ। ਹਰ ਜਨਮ ਵਿੱਚ ਗੁਰੂ ਦੇ ਹੀ ਬਣੀਏ, ਬਸ ਇਹੀ ਅਰਦਾਸ ਕਰਨੀ। ਜੇ ਗੁਰੂ ਦੁਬਾਰਾ ਜਨਮ ਵੀ ਦਵੇ, ਕਹਿੰਦੇ ਕੋਈ ਮਾੜੀ ਗੱਲ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਆਉਂਦਾ ਸਵਈਆ, ਉਹ ਕਹਿੰਦੇ ਲੋਕ ਕਹਿੰਦੇ ਮੁਕਤੀ ਹੋ ਜਾਏ, ਕਹਿੰਦੇ ਅਸੀਂ ਚਾਹੁੰਦੇ ਹਾਂ ਸਾਨੂੰ ਫਿਰ ਅਗਲਾ ਜਨਮ ਸਿੱਖਾਂ ਦੇ ਘਰ ਮਿਲ ਜਾਵੇ। ਅਸੀਂ ਗੁਰੂ ਦੀ ਬਾਣੀ ਪੜ੍ਹੀਏ, ਗੁਰੂ ਦੇ ਦਰਸ਼ਨ ਕਰੀਏ। ਯਾਨੀ ਗੁਰੂ ਦੇ ਪਿਆਰੇ ਤੇ ਮੁਕਤੀ ਵੀ ਨਹੀਂ ਚਾਹੁੰਦੇ, ਹੋਰ ਕੀ ਚਾਹਣਗੇ ਗੁਰੂ ਨੂੰ ਛੱਡ ਕੇ। ਇਹੋ ਜਿਹਾ ਨਿਸ਼ਚਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਿੱਧ ਕੀਤਾ ਹੈ। ਜੁਗਲ ਜੋਰ ਕਰਦ ਜਹ ਬਖਾਨੀ। ਕਹਿੰਦੇ ਜਦੋਂ ਭਾਈ ਸਾਹਿਬ ਜੀ ਦੀ ਅਵਸਥਾ ਦਾ ਪ੍ਰਭਾਵ ਪਿਆ, ਸਾਰੇ ਪੰਡਤਾਂ ਦੇ ਦੋਵੇਂ ਹੱਥ ਜੁੜ ਗਏ ਤੇ ਸਾਰੇ ਪੰਡਤਾਂ ਨੇ ਹੱਥ ਜੋੜ ਕੇ ਕਾਸ਼ੀ ਦੇ ਵਿੱਚ, ਸਾਧ ਸੰਗਤ ਜੀ ਉਸ ਜਗ੍ਹਾ ਤੇ ਅੱਜ ਕੱਲ੍ਹ ਗੁਰਦੁਆਰਾ ਚੇਤਨ ਮੱਠ ਹੈ, ਜਿੱਥੇ ਭਾਈ ਸਾਹਿਬ ਜੀ ਰਹਿੰਦੇ ਸਨ। ਪੰਡਤ ਲੋਕ ਆ ਕੇ ਉਹਨਾਂ ਕੋਲੋਂ ਬ੍ਰਹਮ ਵਿਦਿਆ ਪ੍ਰਾਪਤ ਕਰਦੇ ਸਨ। ਭਾਈ ਸਾਹਿਬ ਜੀ ਨੂੰ ਪੰਡਤਾਂ ਨੇ ਬੇਨਤੀ ਕੀਤੀ, ਸੰਸੈ ਏਕ ਹਰਿ ਗੁਣ ਖਾਨੀ। ਹੇ ਗੁਣਾਂ ਦੀ ਖਾਨ ਭਾਈ ਸਾਹਿਬ ਗੁਰਦਾਸ ਜੀ, ਕਿਰਪਾ ਕਰੋ, ਸਾਡੇ ਮਨ ਦਾ ਇਹ ਸੰਸਾ ਦੂਰ ਕਰੋ। ਸ੍ਰੀ ਗੁਰਦਾਸ ਬਿਮਲ ਮਤ ਮਾਨੀ। ਆਪ ਜੀ ਭਾਈ ਗੁਰਦਾਸ ਜੀ ਬਿਮਲ ਮਤੀ ਵਾਲੇ, ਨਿਰਮਲ ਬੁੱਧੀ ਵਾਲੇ ਹੋ, ਔਰ ਸਾਰਿਆਂ ਦੇ ਵਿੱਚ ਤੁਹਾਡੀ ਵਿਦਿਆ, ਤੁਹਾਡੀ ਗਿਆਨ ਦੀ ਨਿਸ਼ਠਾ, ਤੁਹਾਡਾ ਵਿਸ਼ਵਾਸ, ਤੁਹਾਡੀ ਅਵਸਥਾ ਪ੍ਰਸਿੱਧ ਹੈ, ਪ੍ਰਮਾਣਿਕ ਹੋ ਤੁਸੀਂ। ਤਤਵ ਗਿਆਨ ਮੈਂ ਬੋਧ ਪ੍ਰਮਾਨੀ। ਤਤਵ ਗਿਆਨੀਆਂ ਵਿੱਚੋਂ, ਆਤਮ ਗਿਆਨੀਆਂ ਵਿੱਚੋਂ, ਆਤਮ ਬ੍ਰਹਮ ਗਿਆਨੀਆਂ ਵਿੱਚੋਂ ਤੁਸੀਂ ਸਭ ਤੋਂ ਵੱਡੇ ਹੋ। ਦੋਹਰਾ ਗੋਬਿੰਦ ਆਦਿਕ ਰਾਮ ਇੱਕ। ਸ਼ੰਕਾ ਇਹ ਹੈ ਵੀ ਭਗਵਾਨ ਦੇ ਬਹੁਤ ਨਾਮ ਹਨ। ਕੋਈ ਗੋਬਿੰਦ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਕ੍ਰਿਸ਼ਨ ਕਹਿੰਦਾ ਹੈ, ਕੋਈ ਮੁਰਾਰੀ ਕਹਿੰਦਾ ਹੈ, ਕੋਈ ਹਰੀ ਕਹਿੰਦਾ ਹੈ, ਕੋਈ ਬੱਲਭ ਕਹਿੰਦਾ ਹੈ, ਕੋਈ ਬੀਠਲ ਕਹਿੰਦਾ ਹੈ, ਕੋਈ ਉਸ ਪ੍ਰਭੂ ਨੂੰ ਵਾਸੁਦੇਵ ਕਹਿੰਦਾ ਹੈ, ਕੋਈ ਨਰ ਹਰੀ ਕਹਿੰਦਾ ਹੈ, ਕੋਈ ਬਨਮਾਲੀ ਕਹਿੰਦਾ ਹੈ, ਕੋਈ ਚੱਕਰਪਾਣੀ ਕਹਿੰਦਾ ਹੈ, ਕੋਈ ਗੋਵਰਧਨ ਕਹਿੰਦਾ ਹੈ। ਪ੍ਰਭੂ ਦੇ ਹਜ਼ਾਰਾਂ ਹੀ ਨਾਮ ਹਨ। ਵੇਦਾਂ ਵਿੱਚ ਵੀ ਲਿਖੇ ਹਨ, ਪੁਰਾਣਾਂ ਵਿੱਚ ਵੀ ਲਿਖੇ ਹਨ, ਸ਼ਾਸਤਰਾਂ ਵਿੱਚ ਵੀ, ਸਿਮਰਤੀਆਂ ਵਿੱਚ ਵੀ। ਉਸ ਕਰਤਾ ਪੁਰਖ ਵਾਹਿਗੁਰੂ ਦੇ ਬਹੁਤ ਨਾਮ ਹਨ। ਵਰਨੇ ਸਿਮਰਤ ਪੁਰਾਨ। ਸਿਮਰਤੀਆਂ ਵਿੱਚ ਵੀ, ਪੁਰਾਣਾਂ ਵਿੱਚ ਵੀ ਪਰਮਾਤਮਾ ਦੇ ਨਾਮ ਕੁਝ ਨਿਰਗੁਣ ਸਰੂਪ ਦੇ ਹਨ, ਕੁਝ ਸਰਗੁਣ ਸਰੂਪ ਦੇ ਹਨ, ਤੇ ਉਹ ਸਾਰੇ ਨਾਮ ਬਹੁਤ ਹਨ, ਗਿਣਤੀ ਕੋਈ ਨਹੀਂ। ਉਹਨਾਂ ਸਾਰਿਆਂ ਨਾਮਾਂ ਦੀ ਬੜੀ ਮਹਿਮਾ ਹੈ। ਕੋਈ ਵੀ ਜਪ ਲੈ, ਗੋਬਿੰਦ ਜਪ ਲਓ, ਰਾਮ ਰਾਮ ਜਪ ਲਓ, ਹਰੀ ਹਰੀ ਜਪ ਲਓ, ਗੋਬਿੰਦ ਮਾਧੋ, ਕ੍ਰਿਸ਼ਨ ਮੁਰਾਰੀ, ਕੁਛ ਵੀ ਨਾਮ ਜਪ ਲਓ ਪਰਮੇਸ਼ਰ ਦਾ, ਉਹਦਾ ਲਾਭ ਵੀ ਬੜਾ ਲਿਖਿਆ ਹੈ। ਭਿੰਨ ਨਾਮ ਤ੍ਰਿਪਤਾ ਤਨੋ। ਪਰੰਤੂ ਤ੍ਰਿਪਤਾ ਦੇ ਬੇਟੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨਾਮਾਂ ਤੋਂ ਵੱਖਰਾ ਹੀ ਨਾਮ ਦੱਸਿਆ। ਉਹਨਾਂ ਨੇ ਵਾਹਿਗੁਰੂ ਅੱਖਰ ਦਿੱਤਾ ਹੈ। ਪਹਿਲੇ ਕਿਸੇ ਧਰਮ ਗ੍ਰੰਥ ਵਿੱਚ ਵਾਹਿਗੁਰੂ ਅੱਖਰ ਨਹੀਂ ਹੈ। ਗੋਬਿੰਦ ਹੈ, ਬੱਲਭ ਹੈ, ਮੁਰਾਰੀ ਹੈ, ਦਾਮੋਦਰ ਹੈ, ਰਾਮ ਹੈ, ਕ੍ਰਿਸ਼ਨ ਹੈ, ਹਰੀ ਹੈ, ਸ਼ਿਵ ਹੈ, ਚੇਤਨ ਹੈ, ਸਤ ਹੈ, ਆਨੰਦ ਹੈ। ਇੱਦਾਂ ਪ੍ਰਭੂ ਦੇ ਬਹੁਤ ਸਾਰੇ ਨਾਮ ਆਉਂਦੇ, ਪਰ ਪਰਮੇਸ਼ਰ ਦਾ ਵਾਹਿਗੁਰੂ ਨਾਮ ਕਿਤੇ ਨਹੀਂ ਹੈ। ਇਹ ਸਾਰੇ ਧਰਮ ਗ੍ਰੰਥਾਂ ਨਾਲੋਂ, ਸਾਰੇ ਨਾਮਾਂ ਨਾਲੋਂ ਵੱਖਰਾ ਨਾਮ ਤ੍ਰਿਪਤਾ ਦੇ ਬੇਟੇ ਬਾਪੂ ਕਾਲੂ ਦੇ ਲਾਲ ਦੁਲਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਤਿਮ ਪਾਖਿਓ ਭਗਵਾਨ। ਭਗਵਾਨ ਜੀ ਨੇ, ਗੁਰੂ ਨਾਨਕ ਦੇਵ ਜੀ ਨੇ, ਕਿਉਂਕਿ ਪੰਡਤ ਵੀ ਇਸ ਗੱਲ ਨੂੰ ਤਾਂ ਮੰਨਦੇ ਹਨ ਬਈ ਕਲਯੁਗ ਦੇ ਵਿੱਚ ਸਾਰਿਆਂ ਅਵਤਾਰਾਂ ਤੋਂ ਵੱਡੇ ਅਵਤਾਰ ਗੁਰੂ ਨਾਨਕ ਦੇਵ ਜੀ ਨੇ ਹੋਣਾ ਹੈ। ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਹੋਇਆ, ਭਵਿਸ਼ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਕਲਯੁਗ 4,500 ਸਾਲ ਬੀਤ ਜਾਏਗਾ ਤਾਂ ਮਦਰ ਦੇਸ਼ ਅੰਦਰ ਬੇਦੀ ਵੰਸ਼ ਵਿੱਚ ਪਰਮੇਸ਼ਰ ਨਾਨਕ ਕਰਕੇ ਆਉਣਗੇ। ਨਾਨਕ ਨਾਮ ਕਰਕੇ ਉਹਨਾਂ ਦਾ ਨਾਮ ਹੋਵੇਗਾ ਔਰ ਉਹਨਾਂ ਦੀ ਬੜੀ ਮਾਨਤਾ, ਬੜੀ ਪੂਜਾ ਹੋਵੇਗੀ। ਇਹ ਨਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦਿੱਤਾ ਹੈ। ਉਹ ਭਗਵਾਨ ਦਾ ਰੂਪ ਸਨ। ਚੌਪਈ ਵਾਹਿਗੁਰੂ ਗੁਹਿਆਰਤ ਬਖਾਨ ਹੋ। ਇਹ ਵਾਹਿਗੁਰੂ ਦੇ ਸਾਨੂੰ ਅਰਥ ਨਹੀਂ ਪਤਾ, ਗੁੱਝੇ ਅਰਥ ਨਹੀਂ ਪਤਾ। ਵਾਹਿਗੁਰੂ ਵਾਹਿਗੁਰੂ ਅਸੀਂ ਜਪਦੇ ਹਾਂ,
ਸੁਣਦੇ ਹਾਂ, ਗੁਰੂ ਕੇ ਸਿੱਖ ਜਪਦੇ ਹਨ। ਕੋਈ ਵੀ ਮੰਤਰ ਹੋਵੇ, ਕੋਈ ਵੀ ਅੱਖਰ ਹੋਵੇ, ਉਹਦਾ ਕੋਈ ਨਾ ਕੋਈ ਨਾਮ ਅਰਥ ਜ਼ਰੂਰ ਹੁੰਦਾ ਹੈ। ਜੇ ਕਿਸੇ ਨਾਮ ਦਾ ਜਾਂ ਕਿਸੇ ਅੱਖਰ ਦਾ, ਸ਼ਬਦ ਦਾ ਕੋਈ ਅਰਥ ਹੀ ਨਾ ਹੋਵੇ ਤਾਂ ਉਹ ਨਿਰਾਰਥਕ ਸ਼ਬਦ ਕਿਸੇ ਕੰਮ ਦਾ ਨਹੀਂ ਹੁੰਦਾ। ਬਿਨਾਂ ਅਰਥ ਦੇ ਤਾਂ ਕੋਈ ਨਾਮ ਨਹੀਂ ਹੁੰਦਾ। ਤੇ ਵਾਹਿਗੁਰੂ ਨਾਮ ਜਿਹੜਾ, ਇਹਦੇ ਕੋਈ ਅਰਥ ਤਾਂ ਹੋਣੇ ਚਾਹੀਦੇ। ਸਾਨੂੰ ਗੁੱਝੇ ਅਰਥ ਸਮਝਾਓ ਤਾਂ ਕਿ ਅਸੀਂ ਵਾਹਿਗੁਰੂ ਮੰਤਰ 'ਤੇ ਸ਼ਰਧਾ ਕਰ ਸਕੀਏ। ਪੰਡਿਤ ਲੋਕ ਵਾਹਿਗੁਰੂ ਮੰਤਰ ਨੂੰ ਮੰਨਦੇ ਨਹੀਂ ਸਨ। ਹੁਣ ਤੱਕ ਵੀ ਕਈ ਜਿਹੜੇ ਕੱਟੜ ਹਨ, ਜਿਨ੍ਹਾਂ ਨੂੰ ਕਹਿ ਲਓ ਵੀ ਕੋਈ ਮਹਾਂਪੁਰਸ਼ ਨਹੀਂ ਮਿਲਿਆ, ਉਹ ਸ਼ੰਕਾ ਕਰਦੇ ਹਨ। ਕਈ ਵਾਰੀ ਇਤਿਹਾਸ ਵਿੱਚ ਇਸ ਲੜਾਈ ਦਾ ਜ਼ਿਕਰ ਆਉਂਦਾ ਹੈ ਕਿ ਪੰਡਤਾਂ ਨੇ ਮਹਾਰਾਜ ਸਾਹਿਬ ਜੀ ਦੇ ਨਾਮ ਦਾ ਬਹੁਤ ਜ਼ਿਆਦਾ ਵਾਹਿਗੁਰੂ ਮੰਤਰ ਦਾ ਖੇੜਾ ਕੀਤਾ, ਕਈ ਵਾਰੀ ਕੀਤਾ। ਬਈ ਵਾਹਿਗੁਰੂ ਮੰਤਰ ਕਿਉਂ ਜਪਦੇ ਜੀ? ਵਾਹਿਗੁਰੂ ਮੰਤਰ ਵੇਦਾਂ ਦੇ ਅਨੁਸਾਰ ਨਹੀਂ ਹੈ, ਇਹ ਆਪਣੀ ਕਲਪਨਾ ਨਾਲ ਬਣਾਇਆ ਹੋਇਆ ਹੈ। ਪਹਿਲਾਂ ਭਾਈ ਗੁਰਦਾਸ ਜੀ ਨੇ ਸ਼ੰਕਾ ਮੇਟਿਆ ਹੈ, ਫਿਰ ਸ੍ਰੀਮਾਨ ਪੰਡਿਤ ਤਾਰਾ ਸਿੰਘ ਜੀ ਨਰੋਤਮ ਜੀ ਨੇ ਵੀ ਇਹਦਾ ਸ਼ੰਕਾ ਕੱਢਿਆ ਹੈ। ਫਿਰ ਉਸ ਤੋਂ ਬਾਅਦ ਸ੍ਰੀਮਾਨ ਪੰਡਿਤ ਈਸ਼ਰ ਸਿੰਘ ਜੀ ਕਲਯੁਗੀ, ਉਹਨਾਂ ਨੇ 516 ਅਰਥ ਵਾਹਿਗੁਰੂ ਦੇ ਕੀਤੇ ਹਨ। ਸੰਸਕ੍ਰਿਤ ਵਿੱਚ ਗ੍ਰੰਥ ਲਿਖਿਆ ਹੈ ਵਾਹਿਗੁਰੂ ਮੰਤਰਾਰਥ। ਇਹ ਮਹਾਂਪੁਰਸ਼ ਫਲੌਰ ਦੇ ਲਾਗੇ ਨਗਰ ਪਿੰਡ ਹੈ, ਉੱਥੋਂ ਦੇ ਮਹਾਂਪੁਰਸ਼ ਹੋਏ ਨੇ। ਅੱਜ ਤੋਂ ਕੋਈ 125 ਸਾਲ ਪਹਿਲਾਂ ਇਸ ਸੰਸਾਰ ਤੋਂ ਚਲੇ ਗਏ ਸਨ। ਉਹਨਾਂ ਮਹਾਂਪੁਰਸ਼ਾਂ ਨੇ, ਸਾਧ ਸੰਗਤ ਜੀ, ਇੱਕ ਹਿੰਦੂ ਧਰਮ ਦਾ ਬਹੁਤ ਵੱਡਾ ਤੀਰਥ ਹੈ ਤ੍ਰਿੰਬਕੇਸ਼ਵਰ, ਜਿੱਥੋਂ ਜੋ ਗੋਦਾਵਰੀ ਨਦੀ ਹੈ ਉਹ ਨਿਕਲਦੀ ਹੈ। ਉੱਥੇ ਉਹ ਜਥਾ ਲੈ ਕੇ ਨਿਰਮਲੇ ਸੰਤਾਂ ਦਾ, ਮਹਾਂਪੁਰਸ਼ਾਂ ਦਾ ਗਏ ਸਨ ਅਖਾੜਾ। ਤੇ ਪੰਡਿਤ ਕਹਿੰਦੇ ਅੰਦਰ ਨਹੀਂ ਵੜਨ ਦੇਣਾ, ਤੁਸੀਂ ਕੱਪੜੇ ਸੀਤੇ ਪਾ ਕੇ ਅੰਦਰ ਨਹੀਂ ਜਾ ਸਕਦੇ, ਕਛਹਿਰਾ ਪਾ ਕੇ ਨਹੀਂ, ਜਾਂ ਧੋਤੀ ਬੰਨ੍ਹ ਕੇ ਜਾ ਸਕਦੇ, ਸੀਤਾ ਕੱਪੜਾ ਅਜੇ ਵੀ ਨਹੀਂ ਪਾ ਕੇ ਜਾਣ ਦਿੰਦੇ। ਤਾਂ ਪੰਡਿਤ ਈਸ਼ਰ ਸਿੰਘ ਉਹਨਾਂ ਨਾਲ ਚਰਚਾ ਕੀਤੀ, ਕਹਿਣ ਲੱਗੇ ਵੀ ਬੈਠ ਕੇ ਚਰਚਾ ਕਰ ਲਓ, ਸ਼ਾਸਤਰ ਅਰਥ ਕਰ ਲਓ। ਜੇ ਤੁਸੀਂ ਜਿੱਤ ਗਏ ਤਾਂ ਅਸੀਂ ਧੋਤੀ ਪਾ ਕੇ ਚਲੇ ਜਾਵਾਂਗੇ, ਤੇ ਜੇ ਅਸੀਂ ਜਿੱਤ ਗਏ ਤਾਂ ਤੁਹਾਨੂੰ ਲਿਖ ਕੇ ਦੇਣਾ ਪਵੇਗਾ ਵੀ ਤੁਸੀਂ ਜਾ ਸਕਦੇ ਹੋ। ਤਾਂ ਪੰਡਿਤ 3-4 ਦਿਨ ਲਗਾਤਾਰ ਬੜੀ ਤਗੜੀ ਪੰਡਤਾਂ ਨਾਲ ਬਹਿਸ ਹੋਈ, ਬਹੁਤ ਵੱਡੀ ਚਰਚਾ ਹੋਈ। ਉੱਥੋਂ ਦੇ ਰਾਜੇ ਵੀ ਆਏ ਸਨ। ਰਾਜੇ ਬਹਿ ਕੇ ਸੁਣਿਆ ਕਰਦੇ ਸਨ ਗਿਆਨ ਚਰਚਾ। ਉੱਤਰ ਪਕਸ਼ ਤੇ ਪੂਰਬ ਪਕਸ਼, 2 ਪਕਸ਼ ਬਿਠਾਏ ਜਾਂਦੇ ਸਨ। ਪੂਰਬ ਪਕਸ਼ ਵਾਲੇ ਕੁਐਸਚਨ ਕਰਦੇ ਸਨ, ਉੱਤਰ ਪਕਸ਼ ਵਾਲੇ ਆਨਸਰ ਦਿੰਦੇ ਸਨ। ਆਮਣੇ ਸਾਹਮਣੇ ਪੰਡਿਤ ਚਰਚਾ ਕਰਦੇ, ਬੜੀ ਤਗੜੀ ਬਹਿਸ ਹੁੰਦੀ ਸੀ। ਬਹੁਤ ਤਗੜੇ ਸ਼ਾਸਤਰਾਂ ਦੇ ਝੇੜੇ ਹੁੰਦੇ ਸਨ। ਉਹਦੇ ਵਿੱਚ ਜਿਹੜਾ ਜਿੱਤ ਜਾਵੇ ਰਾਜਾ ਉਹਦਾ ਫੈਸਲਾ ਕਰ। ਰਾਜੇ ਵੀ ਵਿਦਵਾਨ ਹੁੰਦੇ ਸਨ। ਆਮ ਬੰਦਾ ਤਾਂ ਨਹੀਂ ਨਾ ਜਜਮੈਂਟ ਕਰ ਸਕਦਾ, ਜਿਹਨੂੰ ਪਤਾ ਹੀ ਨਹੀਂ। ਜਿਹੜੇ ਪੜ੍ਹੇ ਲਿਖੇ ਹੋਣਗੇ ਉਹ ਜਜਮੈਂਟ ਕਰ। ਰਾਜੇ ਵੀ ਬੜੇ ਵਿਦਵਾਨ ਸਨ। ਸੋ ਉੱਥੇ ਸਾਧ ਸੰਗਤ ਦੀ ਚਰਚਾ ਹੋਈ ਤੇ ਪੰਡਿਤ ਈਸ਼ਰ ਸਿੰਘ ਜੀ ਕਲਯੁਗੀ ਨੇ ਸਾਰੇ ਪੰਡਿਤ ਹਰਾ ਦਿੱਤੇ। ਤੇ ਉਹਨਾਂ ਨੂੰ ਫਿਰ ਮੰਨਣਾ ਪਿਆ ਵੀ ਗੁਰੂ ਗੋਬਿੰਦ ਸਿੰਘ ਦੀ ਮੱਤ ਦਾ ਸਾਧੂ ਇਸ ਮੰਦਿਰ ਦੇ ਵਿੱਚ ਕਛਹਿਰਾ ਪਾ ਕੇ ਜਾ ਸਕਦਾ ਹੈ, ਸੀਤਾ ਹੋਇਆ ਕੱਪੜਾ ਲਿਖ ਕੇ ਦਿੱਤਾ ਉਹਨਾਂ ਨੇ। ਹੋਰ ਨਹੀਂ ਕਿਸੇ ਸੰਪਰਦਾ ਦਾ ਸਾਧੂ ਉੱਥੇ ਜਾ ਸਕਦਾ। ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮੱਤ ਦਾ ਸਾਧੂ ਹੈ, ਉਹਨੂੰ ਕੱਪੜੇ ਸੀਤੇ ਪਾ ਕੇ ਜਾਣ ਦੀ ਇਜਾਜ਼ਤ ਹੈ। ਉੱਥੇ ਪੰਡਿਤ ਜੀ ਮਹਾਰਾਜ ਨੇ 516 ਅਰਥ ਵਾਹਿਗੁਰੂ ਦੇ ਵੀ ਕੀਤੇ, ਕਿਉਂਕਿ ਪੰਡਿਤ ਮੰਨਦੇ ਨਹੀਂ ਸੀ ਮੰਤਰ ਨੂੰ। ਪੰਡਿਤ ਜੀ ਨੇ ਸੰਸਕ੍ਰਿਤ ਦੇ ਸਾਰੇ ਪੁਰਾਤਨ ਤੋਂ ਪੁਰਾਤਨ ਗ੍ਰੰਥਾਂ ਦੇ ਹਵਾਲੇ ਦੇ ਕੇ, ਵੇਦਾਂ ਦੇ ਹਵਾਲੇ ਦੇ ਕੇ ਸਿੱਧ ਕੀਤਾ ਕਿ ਵਾਹਿਗੁਰੂ ਪਰ ਮੰਤਰ ਰਾਜੂ ਸਦਾ ਹਵਾ ਸਵਾਰੈ ਹਮਰੇ ਕਾਜੂ। ਵਾਹਿਗੁਰੂ ਸਾਰੇ ਮੰਤਰਾਂ ਦਾ ਰਾਜਾ ਮੰਤਰ ਹੈ, ਔਰ ਜਿਹੜਾ ਇਹਨੂੰ ਜਪ ਲਵੇ ਉਹਦੇ ਸਾਰੇ ਕੰਮ ਸਵਾਰ ਦਿੰਦਾ। ਫਿਰ ਇਹ 516 ਅਰਥ ਲਿਖੇ ਵੀ ਉਹਨਾਂ ਨੇ। ਉਸ ਗ੍ਰੰਥ ਦਾ ਨਾਮ ਹੈ ਵਾਹਿਗੁਰੂ ਮੰਤਰਾਰਥ, ਵਾਹਿਗੁਰੂ ਮੰਤਰ ਦੇ ਅਰਥ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਪੰਡਿਤ ਲੋਕ ਜਿਹੜੇ ਹਨ ਸਨਾਤਨ ਧਰਮ ਦੇ ਵਿਦਵਾਨ ਬੜੇ ਹਨ, ਪਰ ਆਪਣੀ ਵਿੱਦਿਆ ਦੇ ਹੰਕਾਰ ਵਿੱਚ ਕਿਸੇ ਦੂਜੇ ਨੂੰ ਅੱਗੇ ਨਹੀਂ ਆਉਣ ਦਿੰਦੇ। ਉਹ ਕਹਿੰਦੇ ਸਾਡੇ ਸਾਹਮਣੇ ਕੌਣ ਖੜ ਸਕਦਾ, ਕਿਸੇ ਦੂਜੇ ਧਰਮ ਨੂੰ ਮੰਨਦੇ ਨਹੀਂ। ਸਾਨੂੰ ਸਿੱਖਾਂ ਨੂੰ ਜਾਂ ਹਿੰਦੂ ਮੁਸਲਮਾਨਾਂ ਨੂੰ, ਹੋਰਾਂ ਨੂੰ ਉਹ ਅਨਪੜ੍ਹ ਸਮਝਦੇ।
ਪਰ ਜਦੋਂ ਕੋਈ ਗੁਰੂ ਦਾ ਲਾਲ, ਗੁਰੂ ਦਾ ਪਿਆਰਾ ਅੱਗੇ ਆ ਜਾਵੇ ਫਿਰ ਉਹ ਮੰਨ ਵੀ ਜਾਂਦੇ ਆ। ਭਾਈ ਗੁਰਦਾਸ ਜੀ ਨੂੰ ਮੰਨਿਆ ਉਹਨਾਂ ਨੇ। ਭਾਈ ਸਾਹਿਬ ਅੱਗੇ ਹੱਥ ਜੋੜ ਕੇ ਕਹਿੰਦੇ ਆ, ਆਪ ਜੀ ਬਹੁਤ ਵੱਡੇ ਮਹਾਂਪੁਰਸ਼ ਹੋ, ਤਪਸਵੀ ਵੀ ਹੋ, ਤੁਹਾਨੂੰ ਆਤਮ ਪ੍ਰਕਾਸ਼ ਹੋਇਆ ਹੈ, ਸਾਨੂੰ ਪਤਾ ਹੈ ਕਿ ਤੁਸੀਂ ਬ੍ਰਹਮ ਗਿਆਨੀ ਹੋ, ਪਰ ਸਾਡਾ ਸ਼ੰਕਾ ਮੇਟੋ, ਵਾਹਿਗੁਰੂ ਮੰਤਰ ਦੇ ਅਰਥ ਕੀ ਹਨ, ਇਹ ਕਿਰਪਾ ਕਰਕੇ ਦੱਸੋ। ਨਿਗਮਾ ਗਮ ਕੀ ਸਾਖ ਪ੍ਰਮਾਨ ਹੋ। ਪਰ ਪ੍ਰਮਾਣ ਵੇਦਾਂ ਦਾ ਦੇਣਾ ਪਵੇਗਾ। ਅਸੀਂ ਵੇਦ ਨੂੰ ਪ੍ਰਮਾਣ ਮੰਨਦੇ ਹਾਂ। ਜਿਹੜੀ ਗੱਲ ਵੇਦ ਦੇ ਅਨੁਸਾਰ ਹੈ ਉਹਨੂੰ ਅਸੀਂ ਮੰਨਾਂਗੇ, ਜਿਹੜੀ ਵੇਦ ਦੇ ਉਲਟ ਹੈ ਉਸ ਨੂੰ ਅਸੀਂ ਨਹੀਂ ਮੰਨਾਂਗੇ। ਹਰ ਧਰਮ ਨੂੰ ਕਿਤੇ ਨਾ ਕਿਤੇ ਖੜਨਾ ਪੈਂਦਾ, ਕੋਈ ਨਾ ਕੋਈ ਇੱਕ ਵਿਚਕਾਰ ਧੁਰਵਾ ਕੱਢਣਾ ਪੈਂਦਾ, ਉਹਦੇ ਆਲੇ ਦੁਆਲੇ ਸਾਰਾ ਢਾਂਚਾ ਬਣਦਾ। ਜੇ ਆਪਾਂ ਮਕਾਨ ਬਣਾਇਆ, ਥੱਲੇ ਨੀਂਹ ਰੱਖੀ ਹੈ, ਜੇ ਆਪਾਂ ਕਹੀਏ ਵੀ ਜਿੱਥੇ ਮਰਜ਼ੀ ਮਕਾਨ ਬਣਾ ਦਈਏ ਤਾਂ ਥੋੜ੍ਹਾ ਬਣੇਗਾ। ਨੀਂਹ ਕੱਢਣੀ, ਮੋਹੜੀ ਕੱਢਣੀ ਪੈਂਦੀ। ਜਿਵੇਂ ਸਾਡੀ ਮੋਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਕੋਈ ਗੱਲ ਕਰਾਂਗੇ, ਕੋਈ ਦੂਸਰੇ ਮਤ ਦਾ ਜਾਂ ਕਿਸੇ ਧਰਮ ਦਾ ਕੋਈ ਬੰਦਾ ਸ਼ੰਕਾ ਕਰੇ ਤਾਂ ਗੱਲ ਕਰਾਂਗੇ ਅਸੀਂ ਆਪਣੇ ਨਿਸ਼ਚੇ, ਪਰ ਗੁਰਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਗੁਰਬਾਣੀ ਦਾ ਪ੍ਰਮਾਣ ਦੇਣਾ ਪਏਗਾ। ਜਿਹੜੀ ਗੱਲ ਗੁਰਬਾਣੀ ਨਹੀਂ ਮੰਨਦੀ, ਅਸੀਂ ਕਹਾਂਗੇ ਵੀ ਸਾਡੇ ਹੱਥ ਜੋੜੇ ਭਾਈ, ਤੇਰਾ ਮਤ ਤੈਨੂੰ ਮੁਬਾਰਕ, ਅਸੀਂ ਨਹੀਂ ਮੰਨ ਸਕਦੇ। ਵੇਦ ਨੂੰ ਮੰਨਣ ਵਾਲੇ ਪੰਡਤ ਸਨਾਤਨ ਧਰਮੀ ਕਹਿੰਦੇ ਵੀ ਅਸੀਂ ਗੱਲ ਮੰਨ ਲਾਂਗੇ, ਸ਼ਰਤ ਇਹ ਹੈ ਕਿ ਵੇਦ ਦੇ ਅਨੁਸਾਰ ਹੋਵੇ। ਜੇ ਵੇਦ ਤੋਂ ਉਲਟਾ ਫਿਰ ਅਸੀਂ ਨਹੀਂ ਮੰਨਦੇ। ਭਾਈ ਸਾਹਿਬ ਜੀ, ਜੇ ਤੁਸੀਂ ਵਾਹਿਗੁਰੂ ਮੰਤਰ ਦੇ ਅਰਥ ਕਰਨੇ ਹੈ ਤਾਂ ਸਾਨੂੰ ਵੇਦਾਂ ਵਿੱਚੋਂ ਪ੍ਰਮਾਣ ਚਾਹੀਦਾ ਔਰ ਸ਼ਾਸਤਰਾਂ 'ਚੋਂ ਪ੍ਰਮਾਣ ਚਾਹੀਦਾ। ਜੇ ਤੁਸੀਂ ਵੇਦ ਪੁਰਾਣ ਦਾ ਪ੍ਰਮਾਣ ਦੇ ਕੇ ਸਿੱਧ ਕਰਦੇ ਹੋ ਤਾਂ ਅਸੀਂ ਵਾਹਿਗੁਰੂ ਮੰਤਰ ਦੀ ਮਹਾਨਤਾ ਨੂੰ ਸਵੀਕਾਰ ਕਰ ਲਵਾਂਗੇ। ਕਿਦੋਂ ਕਾਲ ਸਤਵਾ ਕੁਛ ਔਰ। ਹਾਂ, ਜਾਂ ਕਾਲਵਾਦੀ ਜਿਹੜੇ ਹਨ ਉਹ ਕਾਲ ਨੂੰ ਪ੍ਰਮਾਣ ਮੰਨਦੇ ਹਨ, ਉਸ ਨੂੰ, ਜਾਂ ਜਿਹੜੇ ਹੋਰ ਮਤਾਂ ਵਾਲੇ ਹਨ ਉਹ ਵੀ ਅਨੇਕਾਂ ਪ੍ਰਕਾਰ ਦੇ ਨਾਲ ਆਪਣਾ ਆਪਣਾ ਨਿਸ਼ਚਾ ਦੱਸਦੇ ਹਨ। ਕਹਿੰਦੇ ਕੋਈ ਵੀ ਤੁਹਾਡਾ ਮਤ ਹੈ ਉਹ ਕਿਰਪਾ ਕਰਕੇ ਨਿਰਣਾ ਕਰਕੇ ਦੱਸੋ। ਵਿਵੇਦ ਭਾਂਤ ਵਰਨੇ ਮੁਨ ਔਰ। ਬਹੁਤ ਸਾਰੇ ਮੁਨੀਆਂ ਨੇ ਵੇਦਾਂ ਦੀ ਵਿਆਖਿਆ ਕੀਤੀ ਹੈ, ਪਰ ਪ੍ਰਮਾਣ ਵੇਦ ਨੂੰ ਹੀ ਦਿੱਤਾ ਹੈ, ਉਸ ਤੋਂ ਬਾਹਰ ਨਹੀਂ ਗਏ। ਭਾਵੇਂ ਉਹ ਸਤਵਾਦੀ ਹਨ, ਭਾਵੇਂ ਉਹ ਕਾਲਵਾਦੀ ਹਨ, ਭਾਵੇਂ ਉਹ ਸ਼ੂਨਵਾਦੀ ਹਨ, ਭਾਵੇਂ ਉਹ ਅਦਵੈਤਵਾਦੀ ਹਨ, ਭਾਵੇਂ ਦਵੈਤਵਾਦੀ ਹਨ, ਭਾਵੇਂ ਨਿਰਗੁਣ ਦੇ ਉਪਾਸਕ ਹਨ, ਭਾਵੇਂ ਸਰਗੁਣ ਦੇ ਉਪਾਸਕ ਹਨ। ਵੇਦ ਨੂੰ ਪ੍ਰਮਾਣ ਮੰਨ ਕੇ ਹੀ ਆਪਣੀ ਗੱਲ ਕਰਦੇ ਹਨ। ਹਾਂਜੀ, ਦੁਤੀ ਵੇਦ ਬਾਹੇ ਤੁਮ ਗ੍ਰੰਥ। ਦੂਸਰੀ, ਇੱਕ ਤਾਂ ਅਸੀਂ ਵਾਹਿਗੁਰੂ ਮੰਤਰ ਬਾਰੇ ਪੁੱਛਣਾ ਤੁਹਾਡੇ ਕੋਲ, ਤੁਹਾਡਾ ਮੰਤਰ ਵੇਦਾਂ ਦੇ ਅਨੁਸਾਰ ਨਹੀਂ ਜਾਪਦਾ ਸਾਨੂੰ। ਤੇ ਇੱਕ ਜਿਹੜਾ ਤੁਹਾਡਾ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਵੀ ਵੇਦ ਤੋਂ ਬਾਹਰ ਹੈ। 4 ਵੇਦ ਹੁੰਦਿਆਂ 5ਵੇਂ ਦੀ ਕੀ ਲੋੜ ਹੈ? ਇਹ ਕਿਉਂ ਰਚ ਲਿਆ? ਇਸ ਦੀ ਕੀ ਵਡਿਆਈ ਹੈ? ਇਸ ਗ੍ਰੰਥ ਨੂੰ ਬਣਾਉਣ ਦੀ ਕੀ ਲੋੜ ਹੈ, ਜਦੋਂ ਕਿ ਇੰਨਾ ਗ੍ਰੰਥ ਪਹਿਲੇ ਲਿਖੇ ਪਏ ਹੈ। ਨਵਾਂ ਗ੍ਰੰਥ ਭਾਸ਼ਾ ਵਿੱਚ ਲਿਖ ਦਿੱਤਾ ਤੁਸੀਂ, ਸੰਸਕ੍ਰਿਤ ਬੋਲੀ ਛੱਡ ਕੇ। ਦਾਸ ਪੂਜ ਭਾਖਤ ਇਤ ਪੰਥ। ਤੇ ਜਿਹੜਾ ਪੰਥ, ਜਿਹੜੇ ਲੋਕ, ਜਿਹੜੀ ਜਮਾਤ ਸੰਪਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ, ਉਹਨੂੰ ਤੁਸੀਂ ਪੰਥ ਕਹਿੰਦੇ ਹੋ। ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਪੰਥ ਹੈ, ਸਿੱਖ ਪੰਥ ਹੈ, ਖਾਲਸਾ ਪੰਥ ਹੈ ਜਾਂ ਨਾਨਕ ਪੰਥ ਹੈ, ਉਹ ਗ੍ਰੰਥ ਨੂੰ ਪੂਜਦਾ ਹੈ, ਗ੍ਰੰਥ ਅੱਗੇ ਮੱਥਾ ਟੇਕਦਾ, ਗ੍ਰੰਥ ਦੀ ਪੂਜਾ ਕਰਦਾ, ਗ੍ਰੰਥ ਦੀ ਉਪਾਸਨਾ ਕਰਦਾ। ਹਾਲਾਂਕਿ ਸਾਡੇ ਧਰਮ ਵਿੱਚ ਗ੍ਰੰਥ ਹਨ, ਪੂਜਾ ਤਾਂ ਨਹੀਂ, ਪੂਜਾ ਤਾਂ ਭਗਵਾਨ ਦੀ ਕਰਦੇ ਅਸੀਂ, ਭਾਵੇਂ ਉਹ ਮੂਰਤੀ ਰੂਪ 'ਚ ਕਰੀਏ, ਨਿਰਗੁਣ ਰੂਪ 'ਚ ਕਰੀਏ, ਭਾਵੇਂ ਸਰਗੁਣ ਰੂਪ 'ਚ ਕਰੀਏ, ਭਗਵਾਨ ਦੀ ਪੂਜਾ ਕਰਦੇ ਹਾਂ, ਗ੍ਰੰਥ ਨੂੰ ਪੜ੍ਹਦੇ ਹਾਂ। ਤੁਸੀਂ ਗ੍ਰੰਥ ਨੂੰ ਪੂਜਦੇ ਹੋ। ਹਾਂਜੀ, ਪੁਸ਼ਟ ਬਚਨ ਜਿਮ ਤੁਮ ਅਬ ਭਾਖੋ। ਭਾਈ ਸਾਹਿਬ ਜੀ, ਇਹ ਸਾਨੂੰ ਵਿਸ਼ਵਾਸ ਹੈ ਕਿ ਤੁਸੀਂ ਕੋਈ ਗੱਲ ਝੂਠੀ ਨਹੀਂ ਕਹੋਗੇ। ਤੁਸੀਂ ਜੋ ਵੀ ਕਹੋਗੇ ਪੁਸ਼ਟ ਬਚਨ, ਯਾਨੀ ਬੜੇ ਮਜ਼ਬੂਤ, ਭਾਰੇ, ਵਜਨ ਵਾਲੇ, ਦਲੀਲ ਵਾਲੇ ਬਚਨ ਕਰੋਗੇ। ਤੁਹਾਡੇ ਬਚਨਾਂ ਨਾਲ ਸਾਡਾ ਸ਼ੰਕਾ ਮਿਟ ਸਕਦਾ, ਪਰ ਸਾਨੂੰ ਤਸੱਲੀ ਕਰਾਓ ਸਾਡੀ। ਅਸੀਂ ਐਵੇਂ ਨਹੀਂ ਮੰਨਣ ਵਾਲੇ। ਜਿੰਨਾ ਚਿਰ ਸਾਨੂੰ ਕੋਈ ਪ੍ਰਤੱਖ ਨੂੰ ਕਰਕੇ ਪ੍ਰਮਾਣ ਨਹੀਂ ਦਿੰਦੇ,
ਸਿੱਧ ਨਹੀਂ ਕਰਦੇ ਤੁਸੀਂ, ਅਸੀਂ ਨਹੀਂ ਮੰਨਦੇ। ਸੋ ਸਭ ਵਿਪਰ ਬ੍ਰਿੰਦ ਰੁਚ ਰਾਖੋ। ਅਸੀਂ ਸਾਰੇ ਪੰਡਤ ਲੋਕ, ਵਿਦਵਾਨ ਲੋਕ ਤੁਹਾਡੇ ਕੋਲ ਸੁਣਨਾ ਚਾਹੁੰਦੇ ਹਾਂ, ਤੁਹਾਡੀ ਵਿਦਿਆ ਦਾ ਲਾਭ ਲੈਣਾ ਚਾਹੁੰਦੇ ਹਾਂ। ਹਾਂਜੀ। ਤ੍ਰਿਤੀ ਸੁਦਾ ਸਰ ਤੀਰਥ ਰਾਜੋ। ਤੀਜਾ ਸਵਾਲ ਸਾਡਾ ਅੰਮ੍ਰਿਤਸਰ ਤੀਰਥ ਬਾਰੇ ਹੈ। 68 ਤੀਰਥ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਗੰਗਾ ਹੈ, ਫਿਰ ਜਮਨਾ ਹੈ, ਫਿਰ ਸਰਸਤੀ ਹੈ, ਗੋਦਾਵਰੀ ਹੈ, ਨਰਮਦਾ ਹੈ, ਹੋਰ ਬਹੁਤ ਸਾਰੇ ਸਰੋਵਰ ਤੇ ਪਵਿੱਤਰ ਤੀਰਥ ਹਨ। ਕੁਰਸ਼ੇਤਰ ਹੈ, ਉਜੈਨ ਹੈ, ਇਸੇ ਤਰ੍ਹਾਂ ਹਰਿਦੁਆਰ, ਰਿਸ਼ੀਕੇਸ਼, ਬਹੁਤ ਸਾਰੇ, ਕੇਦਾਰਨਾਥ, ਬਦਰੀਨਾਥ, ਗਿਆ, ਉੜੀਸਾ ਵਿੱਚ ਜਗਨਨਾਥਪੁਰੀ ਹੈ। 68 ਤੀਰਥ ਗਏ ਜਾਂਦੇ। ਉਹਨਾਂ 68 ਤੀਰਥਾਂ ਨੂੰ ਛੱਡ ਕੇ ਤੁਹਾਡੇ ਸਿੱਖ ਜਿਹੜੇ ਹਨ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਹੀ ਮੰਨਦੇ ਹਨ। ਜਿਵੇਂ ਰਹਿਤਨਾਮੇ 'ਚ ਲਿਖਿਆ ਨਾ, ਕੋਟ ਗੰਗਾ ਸਮ ਸ੍ਰੀ ਅੰਮ੍ਰਿਤਸਰ ਕੋ ਜਾਣੇ, ਆਖੋ ਸ੍ਰੀ ਵਾਹਿਗੁਰੂ। ਸਿੱਖ ਦਾ ਨਿਸ਼ਚਾ ਐਸਾ ਹੋਣਾ ਚਾਹੀਦਾ ਹੈ, ਜਿਵੇਂ ਹਿੰਦੂ ਲੋਕ ਗੰਗਾ ਮਾਤਾ ਦੀ ਪੂਜਾ ਕਰਦੇ, ਬਹੁਤ ਜ਼ਿਆਦਾ ਪਵਿੱਤਰ ਮੰਨਦੇ, ਉਹਦਾ ਜਲ ਵੀ ਛਕਦੇ ਆ, ਮੁਰਦੇ ਦੇ ਮੂੰਹ 'ਚ ਵੀ ਪਾ ਦਿੰਦੇ ਆ ਵੀ ਬੰਦੇ ਦੀ ਮੁਕਤੀ ਹੋ ਜਾਵੇ। ਗੰਗਾ ਦਾ ਬਹੁਤ ਮਹੱਤਵ ਹੈ। ਗੁਰੂ ਕਾ ਸਿੱਖ ਸ੍ਰੀ ਅੰਮ੍ਰਿਤਸਰ ਨੂੰ ਕੋਟ ਗੰਗਾ, ਕਰੋੜਾਂ ਗੰਗਾ ਵਰਗਾ ਸਮਝਦਾ। ਕੋਟ ਗੰਗਾ ਸਮ ਸ੍ਰੀ ਅੰਮ੍ਰਿਤਸਰ ਜਾਣੇ, ਇਹ ਰਹਿਤਨਾਮੇ ਪ੍ਰੇਮ ਸਮਾਰਗ ਵਿੱਚ ਲਿਖਿਆ ਹੋਇਆ। ਭਾਈ ਚੌਪਾ ਸਿੰਘ ਜੀ ਨੇ ਵੀ ਸ਼ਾਇਦ ਲਿਖਿਆ, ਹੋਰ ਗ੍ਰੰਥਾਂ ਵਿੱਚ ਵੀ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਾਣੀ ਦਾ ਵੀ ਫੈਸਲਾ ਹੈ। ਸੋ ਸਿੱਖਾਂ ਦੇ ਵਿੱਚ ਅੰਮ੍ਰਿਤਸਰ ਨੂੰ, ਤੀਰਥ ਨੂੰ ਮੇਨ ਤੀਰਥ ਮੰਨਦੇ ਹਨ। ਹੋਰ ਗੰਗਾ, ਜਮਨਾ, ਗੋਦਾਵਰੀ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਹਾਂਜੀ। ਕਵਨ ਪੁਰਾਨ ਪ੍ਰਮਾਣ ਸਮਾਜੋ। ਇਹ ਕਿਸੇ ਪੁਰਾਣ ਵਿੱਚ ਲਿਖਿਆ ਵੀ ਅੰਮ੍ਰਿਤਸਰ ਤੀਰਥ? ਪੁਰਾਣਾਂ ਦੇ ਵਿੱਚ ਗੰਗਾ ਦੀ ਮਹਿਮਾ ਹੈ, ਪੁਰਾਣਾਂ ਵਿੱਚ ਜਮਨਾ ਦੀ ਮਹਿਮਾ ਹੈ, ਪੁਰਾਣਾਂ ਵਿੱਚ ਗੋਦਾਵਰੀ ਦੀ, ਨਰਮਦਾ ਦੀ, ਜਗਨਨਾਥਪੁਰੀ ਦੀ, ਕੁਰਸ਼ੇਤਰ ਦੀ, ਕੇਦਾਰਨਾਥ ਦੀ, ਬਦਰੀਨਾਥ ਦੀ, ਪੁਸ਼ਕਰ ਦੀ, ਜਿੰਨੇ ਤੀਰਥ ਨੇ ਉਹਨਾਂ ਦੀ ਮਹਿਮਾ ਲਿਖੀ ਹੋਈ, ਪੁਰਾਣਾਂ ਵਿੱਚ ਲਿਖੀ ਹੋਈ। ਕਿਸੇ ਪੁਰਾਣ ਵਿੱਚ ਸ੍ਰੀ ਅੰਮ੍ਰਿਤਸਰ ਦਾ ਇਤਿਹਾਸ ਵੀ ਲਿਖਿਆ? ਅਸੀਂ ਤਾਂ ਨਹੀਂ ਪੜ੍ਹਿਆ। ਪੰਡਤ ਕਹਿੰਦੇ ਕੋਈ ਪ੍ਰਮਾਣ ਦਿਓ, ਫਿਰ ਮੰਨਾਂਗੇ ਵੀ ਇਹ ਤੀਰਥ ਹੈ। ਹਾਂਜੀ। ਇਹ ਸੰਸੈ ਹਮਰੇ ਔਰ ਮਾਹੀ। ਇਹ ਸਾਡੇ 3 ਸਵਾਲ ਹਨ। ਪਹਿਲਾ ਵਾਹਿਗੁਰੂ ਮੰਤਰ ਦੇ ਉੱਤੇ ਹੈ, ਦੂਸਰਾ ਤੁਹਾਡੇ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਹੈ, ਤੀਸਰਾ ਤੁਹਾਡੇ ਧਰਮ ਕੇਂਦਰ ਤੀਰਥ ਸ੍ਰੀ ਅੰਮ੍ਰਿਤਸਰ ਦੇ ਬਾਰੇ। ਦੇਖੋ ਸਾਧ ਸੰਗਤ ਜੀ, ਅਸੀਂ ਤੇ ਅੱਜ ਕੱਲ੍ਹ ਨਿੱਕੀਆਂ ਨਿੱਕੀਆਂ ਬਹਿਸਾਂ ਛੇੜ ਕੇ ਬੈਠੇ ਹਾਂ। ਅੱਜ ਜਿੱਥੇ ਵੀ ਸਾਡੇ ਭਰਾ ਚਾਰ ਇਕੱਠੇ ਹੁੰਦੇ, ਮੀਟ ਖਾ ਲੈਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ, ਉਹ ਸਰਟੀਫਿਕੇਟ ਮੰਗਦੇ ਵੀ ਗਿਆਨੀ ਜੀ ਲਿਖ ਕੇ ਦੇ ਦੇਣ ਵੀ ਪਤੀਲਾ ਧਰ ਲਓ ਜਾ ਕੇ ਤੇ ਖਾਈਏ। ਇਹ ਕੋਈ ਬਹਿਸ ਹੈ? ਸਵਾਲ ਹੈ ਕੋਈ? ਇਹ ਸਵਾਲ ਪੁੱਛਦੇ ਉਹ ਪੰਡਤ ਕਾਸ਼ੀ ਦੇ, ਸਾਡੀ ਜੜ ਦੇ ਉੱਤੇ ਥੋੜਾ ਘੋੜਾ ਮਾਰਦੇ ਹੋ, ਉਹਨਾਂ ਨੂੰ ਜਵਾਬ ਕੌਣ ਦਿਓ? ਆ ਜਿਹੜੇ ਅੱਜ ਕੱਲ੍ਹ ਗਿਆਨੀ ਰੌਲਾ ਪਾਉਣ ਵਾਲੇ ਸਾਡੇ 'ਚ ਲੜਾਈਆਂ ਪਾਉਂਦੇ ਆ ਨਾ, ਸਿੱਖਾਂ ਵਿੱਚ ਵੀ ਬਹੁਤ ਵੱਡੇ ਵੱਡੇ ਮਸ਼ਹੂਰ ਹਨ ਜਿਹੜੇ, ਉਹ ਮਸ਼ਹੂਰੀ ਇਸ ਗੱਲ ਦੀ ਖੱਟਦੇ ਆ ਵੀ ਡਾਂਗ ਸੋਟਾ ਕਿਵੇਂ ਖੜਕੇ ਸਾਡੇ ਵਿੱਚ। ਨਹੀਂ ਖਾਲਸਾ ਜੀ, ਲੜਾਈ ਕਰਾਣੀ ਕੋਈ ਸਿਆਣਪ ਥੋੜਾ। ਗੁਰੂ ਤਾਂ ਕਹਿੰਦਾ ਗੁਰਸਿੱਖ ਬੈਸੋ ਸਫਾ ਵਿਛਾਏ। ਕੋਈ ਗੱਲ ਤੁਹਾਨੂੰ ਸ਼ੰਕਾ ਬਹਿ ਕੇ ਤੁਸੀਂ ਪੁੱਛੋ, ਕਰੋ। ਸਟੇਜਾਂ ਤੇ ਥੋੜਾ ਸ਼ੰਕਾ ਪਾਉਣਾ, ਲੋਕਾਂ ਦੇ ਮਨਾਂ ਨੂੰ ਤੋੜਨਾ ਥੋੜਾ। ਤੇ ਇਹ ਸ਼ੀਸ਼ੇ ਵਰਗਾ ਹੁੰਦਾ ਮਨ, ਟੁੱਟ ਜੇ ਜੁੜਦਾ ਨਹੀਂ। ਆਖੋ ਸ੍ਰੀ ਵਾਹਿਗੁਰੂ। ਚੂਰ ਚੂਰ ਹੋ ਜਾਂਦਾ। ਗੁਰੂ ਕੇ ਸਿੱਖ ਨੇ ਜੁੜਨਾ, ਜੁੜਨ ਵਾਸਤੇ ਗੁਰਦੁਆਰੇ ਆਈਦਾ, ਟੁੱਟਣ ਵਾਸਤੇ ਥੋੜਾ ਆਈਦਾ। ਤੇ ਸਾਡੀ ਇਹ ਵਿਦਿਆ, ਸਾਡੀ ਇਹ ਕਥਾ, ਸਾਡਾ ਇਹ ਪ੍ਰਚਾਰ ਕੀ ਸਵਾਰੇਗਾ? ਨਹੀਂ। ਜਦੋਂ ਦੂਜੇ ਮਤਾਂ ਦੇ ਲੋਕ ਸਵਾਲ ਕਰਦੇ ਹਨ, ਉਦੋਂ ਇਹ ਪੂਛ ਦੇ ਕੇ ਨਾ ਉਹ ਜਾਂਦੇ, ਬੋਲਦੇ ਵੀ ਨਹੀਂ। ਉਦੋਂ ਫਿਰ ਉਹ ਸੰਪਰਦਾ ਦੇ ਪੁਰਾਣੇ ਬਜ਼ੁਰਗ ਲੱਭਣੇ ਪੈਂਦੇ ਵੀ ਦੱਸੋ ਜੀ ਹੁਣ ਕਿਵੇਂ ਜਵਾਬ ਦਈਏ ਇਹਨਾਂ ਨੂੰ, ਕੀ ਕਰੀਏ? ਸੋ ਖਾਲਸਾ ਜੀ,
ਭਾਈ ਗੁਰਦਾਸ ਜੀ ਕਿੱਡੇ ਵੱਡੇ ਮਹਾਂਪੁਰਸ਼ ਕਾਸ਼ੀ ਦੇ ਵਿੱਚ ਪਹੁੰਚੇ ਹੈ। ਕਾਸ਼ੀ ਨੂੰ ਜਾ ਕੇ ਖੰਘ ਵੀ ਨਹੀਂ ਸਕਦੇ ਅੱਜ ਕੱਲ੍ਹ ਦੇ ਪ੍ਰਚਾਰਕ, ਉੱਥੇ ਕੁਸਕ ਨਹੀਂ ਸਕਦੇ ਪੰਡਤਾਂ ਦੇ ਸਾਹਮਣੇ। ਭਾਈ ਸਾਹਿਬ ਜਾ ਕੇ ਉਹਨਾਂ ਨੂੰ ਉਪਦੇਸ਼ ਦੇ ਰਹੇ ਹੈ। ਇੱਥੋਂ ਅੰਦਾਜ਼ਾ ਲਾਓ ਵੀ ਵਿਦਿਆ ਅਧਿਆਤਮਕ ਦੀ ਕਮਾਈ, ਗੁਰੂ ਦੀ ਬਖਸ਼ਿਸ਼ ਕੀ ਚੀਜ਼ ਹੁੰਦੀ ਹੈ। ਧੰਨ ਭਾਈ ਸਾਹਿਬ ਭਾਈ ਗੁਰਦਾਸ ਜੀ। ਸਵਾਲ ਕਿੱਥੇ ਕਿਹੜਾ? ਸਿੱਖੀ ਦੇ ਤਿੰਨ ਹੀ ਮੁੱਢਲੇ ਚੀਜ਼ਾਂ, ਬੇਸਿਕ ਚੀਜ਼ਾਂ ਕਿਹੜੀਆਂ ਸਿੱਖੀ ਦੀਆਂ? ਇੱਕ ਤਾਂ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਦੂਸਰਾ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੀਸਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ। ਇਹ ਬੇਸ ਜੜ ਹੈ ਸਿੱਖੀ ਦੀ। ਇਹਦੇ ਉੱਤੇ ਵਾਰ ਕੀਤਾ ਉਹਨਾਂ ਨੇ, ਸਵਾਲ ਕੀਤਾ। ਕੋਈ ਮਾੜੇ ਮੋਟੇ ਥੋੜਾ ਕੀਤਾ ਵੀ ਤੁਸੀਂ ਕੜਾ ਸੱਜੇ ਹੱਥ 'ਚ ਪਾਇਆ, ਖੱਬੇ 'ਚ ਕਿਉਂ ਨਹੀਂ ਪਾਇਆ, ਦਾੜੀ ਬੰਨ੍ਹੀ ਹੈ ਕਿਉਂ ਨਹੀਂ ਖੋਲੀ। ਇਹ ਸਵਾਲ ਨਹੀਂ ਕੀਤਾ ਜਿਹੜੇ ਅਸੀਂ ਚੁੱਕੇ ਫਿਰਦੇ ਹਾਂ ਸਵਾਲ। ਉਹ ਸਵਾਲ ਉਹਨਾਂ ਨੇ ਕੀਤਾ ਸਾਡੀ ਜੜ ਦੇ ਉੱਤੇ। ਇਹ ਸਵਾਲ ਕੋਈ ਆਮ ਸਵਾਲ ਨਹੀਂ ਗਾ। ਇੱਥੋਂ ਜੇ ਇੱਥੋਂ ਜੜ ਪੁੱਟ ਦਿਓ ਤੇ ਬੂਟਾ ਸਾਰਾ ਹੀ ਪੁੱਟਿਆ ਜਾਂਦਾ। ਵਾਹਿਗੁਰੂ ਮੰਤਰ ਤੋਂ ਟੁੱਟ ਗਏ, ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਏ, ਸ੍ਰੀ ਅੰਮ੍ਰਿਤਸਰ ਤੋਂ ਟੁੱਟ ਗਏ, ਤੇ ਬਸ ਫਿਰ ਸਿੱਖੀ ਕਿੱਥੇ ਹੈ? ਖਤਮ ਹੋ ਗਈ। ਉੱਪਰੋਂ ਕੋਈ ਟਾਹਣੀ ਵੱਢ ਦਿਓ ਤੇ ਦਰਖਤ ਨਹੀਂ ਸੁੱਕਦਾ। ਟਾਹਣੀ ਸੁੱਕੇਗੀ ਜਿਹੜੀ ਵੱਢਾਂਗੇ। ਜੇ ਜੜ ਪੁੱਟ ਦਿਓ ਸਾਰਾ ਹੀ ਸੁੱਕ ਜਾਂਦਾ। ਵਾਹਿਗੁਰੂ ਮੰਤਰ, ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅੰਮ੍ਰਿਤਸਰ, ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਬੇਸ ਨੇ। ਜੇ ਇਹਨੂੰ ਪੁੱਟ ਦਿਓ ਤੇ ਬਸ ਸਿੱਖੀ ਦਾ ਮਹਿਲ ਖਤਮ। ਤੇ ਸਵਾਲ ਪੰਡਤਾਂ ਨੇ ਉੱਥੇ ਹੀ ਕੀਤਾ। ਉਹ ਕੋਈ ਛੋਟੇ ਮੋਟੇ ਪੜ੍ਹੇ ਲਿਖੇ ਥੋੜਾ ਸੀ ਕਿ ਵਾਲ ਦੀ ਖੱਲ ਲਾਉਂਦੇ ਸੀ, ਪਰ ਬੜੇ ਸਲੀਕੇ ਨਾਲ ਸਵਾਲ ਕੀਤਾ। ਭਾਈ ਸਾਹਿਬ ਨੂੰ ਹੱਥ ਜੋੜ ਕੇ ਪੁੱਛਿਆ। ਤੇ ਜੇ ਭਾਈ ਸਾਹਿਬ ਮੇਰੇ ਵਰਗੇ ਹੁੰਦੇ ਡਾਂਗ ਚੁੱਕ ਕੇ ਸਿਰ 'ਚ ਮਾਰਨ ਵਾਲੇ, ਫਿਰ ਤਾਂ ਨਹੀਂ ਸੀ ਗੱਲ ਬਣਨੀ। ਭਾਈ ਸਾਹਿਬ ਵੀ ਬੜੇ ਵਿਦਵਾਨ, ਉਹਨਾਂ ਨੇ ਪੰਡਤਾਂ ਦਾ ਸਵਾਲ ਸੁਣ ਕੇ ਜਵਾਬ ਬੜੇ ਤਰੀਕੇ ਨਾਲ ਦਿੱਤਾ। ਹਾਂਜੀ, ਸਮਾਨ ਸੰਸੈ ਹਰ ਨਾਹੀ। ਪੰਡਤ ਕਹਿੰਦੇ ਜੀ ਮਹਾਰਾਜ ਤੁਸੀਂ ਵਿਦਵਾਨ ਵੀ ਹੋ, ਬੰਦਗੀ ਵੀ ਤੁਹਾਡੀ, ਤੁਹਾਡੇ ਵਰਗਾ ਮਹਾਂਪੁਰਸ਼ ਨਹੀਂ ਜਿਹੜਾ ਸੰਸਾ ਮੇਟ ਦੇਵੇ। ਤੁਸੀਂ ਸਾਡਾ ਸੰਸਾ ਮੇਟੋ ਕਿਰਪਾ ਕਰਕੇ। ਅਸ ਸੁਨ ਬਚਨ ਕੀਨ ਮਹਾ ਗਿਆਤ। ਮਹਾ ਗਿਆਨੀ, ਮਹਾ ਵਿਦਵਾਨ, ਗੁਰੂ ਘਰ ਦੇ ਵੇਦ ਵਿਆਸ ਸ੍ਰੀ ਮਾਨ ਭਾਈ ਸਾਹਿਬ ਗੁਰਦਾਸ ਜੀ ਬੋਲੇ ਹਨ। ਸ੍ਰੀ ਗੁਰਦਾਸ ਅਵਨ ਬਖਿਆਤਾ। ਸਾਰੀ ਧਰਤੀ ਤੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੀਆਂ ਬਖਸ਼ਿਸ਼ਾਂ ਦੇ ਨਾਲ ਬੋਲੇ ਹਨ। ਵਾਹੇ ਅਰਥ ਬਿਸਮੈ ਪਦ ਗਾਵਾ। ਕਹਿਣ ਲੱਗੇ ਪੰਡਤ ਜੀ ਪਹਿਲਾ ਅੱਖਰ ਵਾਹੇ ਹੈ। ਵਾਹੇ ਗੁਰੂ ਚਾਰ ਅੱਖਰ ਨੇ। ਪਹਿਲਾ ਵਾਹੇ, ਵਾਹ। ਸਾਡੀ ਪੰਜਾਬੀ ਬੋਲੀ ਦੇ ਵਿੱਚ ਕੋਈ ਅਸਚਰਜ ਚੀਜ਼ ਕੋਈ ਵੇਖੇ, ਹੈਰਾਨੀ ਕਰਨ ਵਾਲਾ, ਕੋਈ ਬਹੁਤ ਹੀ ਵਧੀਆ ਰੰਗ, ਵਧੀਆ ਢੰਗ ਸਾਹਮਣੇ ਆ ਜਾਵੇ ਤੇ ਮੂੰਹ ਤੋਂ ਨਿਕਲਦਾ ਵਾਹ ਜੀ ਵਾਹ, ਵਾਹ ਬਈ ਵਾਹ। ਪੰਜਾਬੀ ਦੀ ਬੋਲੀ ਹੈ ਵਾਹ ਬਈ ਵਾਹ। ਜਦੋਂ ਕੋਈ ਐਸੀ ਪ੍ਰਸਥਿਤੀ ਬਣ ਜਾਵੇ ਬਈ ਹੋਰ ਕੋਈ ਸ਼ਬਦ ਹੀ ਨਹੀਂ ਰਹਿੰਦਾ ਬੋਲਣ ਵਾਲਾ, ਤੇ ਅੰਦਰੋਂ ਆਪੇ ਨਿਕਲਦਾ ਜਿਹੜਾ ਉਹ ਹੁੰਦਾ ਵਾ। ਅੰਗਰੇਜ਼ੀ ਵਾਲੇ ਕਹਿੰਦੇ ਵਾਹ ਵਾਹ, ਹੈਰਾਨ ਹੋ ਕੇ, ਬਿਸਮਾਦ ਹੋ ਕੇ ਕਹਿੰਦੇ ਹੈ, ਤੇ ਪੰਜਾਬੀ 'ਚ ਕਹਿੰਦਾ ਵਾਹ ਵਾਹ ਬਈ ਵਾਹ। ਉਸ ਪ੍ਰਭੂ ਅਕਾਲ ਪੁਰਖ ਨਿਰੰਕਾਰ ਦੀਆਂ ਲੀਲਾ, ਉਹਦੇ ਕੌਤਕ, ਉਹਦੀਆਂ ਕੁਦਰਤਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਜਿਹੜਾ ਕਣ ਕਣ 'ਚ ਬੈਠਾ, ਜਰੇ ਜਰੇ 'ਚ ਬੈਠਾ, ਕੀੜੀ 'ਚ ਵੀ ਬੈਠਾ ਤੇ ਹਾਥੀ 'ਚ ਵੀ ਬੈਠਾ, ਮੱਛਰ 'ਚ ਵੀ ਬੈਠਾ, ਗਰੜ 'ਚ ਵੀ ਬੈਠਾ, ਇਸਤਰੀ 'ਚ ਵੀ ਬੈਠਾ, ਪੁਰਸ਼ ਵਿੱਚ ਵੀ ਬੈਠਾ, ਹਰ ਜਗ੍ਹਾ ਤੇ ਜਿਹੜਾ ਰਮਿਆ ਹੋਇਆ, ਉਹਦੀ ਲੀਲਾ ਵੇਖ ਕੇ, ਉਹਦੇ ਕੌਤਕ ਵੇਖ ਕੇ, ਉਹਦੀ ਮਾਇਆ ਵੇਖ ਕੇ, ਉਹਦੀ ਕੁਦਰਤ ਵੇਖ ਕੇ ਉਹਦੇ ਭਗਤ ਵਾਹ ਜੀ ਵਾਹ ਕਰ ਉੱਠਦੇ ਨੇ। ਨੇਤ ਨੇਤ ਜਿਹ ਭੇਦ ਬਤਾਵਾ। ਕਹਿੰਦੇ ਜਦੋਂ ਅਸਚਰਜ ਖੇਡ ਵੇਖਦੇ ਨੇ ਤੇ ਵਾਹ ਵਾਹ ਵੇਖਦੇ ਨੇ, ਵਾਹ ਵਾਹ ਵਾਹ। ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਪੜ੍ਹ ਲਓ, 516 ਅੰਗ ਤੋਂ 17 ਅੰਗ ਤੱਕ ਗੂਜਰੀ ਦੀ ਵਾਰ ਵਿੱਚ ਲਿਖੀ ਹੈ। ਗੂਜਰੀ ਦੀ ਵਾਰ ਮਹਲਾ ਤੀਜਾ,
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਵਾਹੋ ਵਾਹੋ ਤਿਸਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ। ਵਾਹੋ ਵਾਹੋ ਤਿਸਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ। ਵਾਹੋ ਵਾਹੋ ਤਿਸਨੂੰ ਆਖੀਐ ਜੇ ਸਭ ਮੈਂ ਰਹਿਆ ਸਮਾਏ। ਵਾਹੋ ਵਾਹੋ ਤਿਸਨੂੰ ਆਖੀਐ ਜੇ ਦੇਂਦਾ ਰਿਜ਼ਕ ਸੰਭਾਏ। ਇਹ ਮੈਨੂੰ ਤਾਂ 4-5 ਪੰਕਤੀਆਂ ਹੀ ਯਾਦ ਨੇ, ਸ਼ਬਦ ਬਹੁਤ ਲੰਮੇ ਨੇ, ਸ਼ਲੋਕ ਹੀ ਨੇ, ਸਾਰੇ ਪੜ੍ਹ ਲਓ ਤੁਸੀਂ। ਵਾਹ ਵਾਹ ਉਸ ਨੂੰ ਆਖੀਏ ਜਿਹੜਾ ਸਾਰਿਆਂ ਵਿੱਚ ਸਮਾਇਆ ਹੋਇਆ। ਵਾਹ ਵਾਹ ਉਸ ਨੂੰ ਆਖੀਏ ਜਿਹੜਾ ਸੱਚਾ ਹੈ। ਵਾਹ ਵਾਹ ਉਸ ਨੂੰ ਆਖੀਏ ਜਿਹੜਾ ਗੈਰ ਗੰਭੀਰ ਹੈ। ਵਾਹ ਵਾਹ ਉਸ ਨੂੰ ਆਖੀਏ ਜੇ ਗੁਣਾਂ ਦਾ ਦਾਤਾ ਹੈ। ਵਾਹ ਵਾਹ ਉਸ ਨੂੰ ਆਖੀਏ ਜੇ ਮਤੀ ਬੁੱਧੀ ਦਾ ਖਜ਼ਾਨਾ ਹੈ। ਵਾਹ ਵਾਹ ਉਸ ਨੂੰ ਆਖੀਏ ਜਿਹੜਾ ਧੀਰਜਵਾਨ ਹੈ, ਜਿਹੜਾ ਸਦਾ ਹੀ ਟਿਕਿਆ ਹੋਇਆ ਹੈ, ਆਨੰਦ ਵਿੱਚ। ਉਹ ਪਰਮਾਤਮਾ ਹੀ ਹੈ, ਉਹ ਅਕਾਲ ਪੁਰਖ ਹੀ ਹੈ, ਜਿਹੜਾ ਸਾਰਿਆਂ 'ਚ ਸਮਾਇਆ ਹੋਇਆ ਹੈ, ਜਿਹੜਾ ਸਾਰਿਆਂ ਨੂੰ ਰੋਜ਼ੀ ਦੇ ਰਿਹਾ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਜਿਹੜਾ ਬੁੱਧੀ ਦਾ ਖਜ਼ਾਨਾ ਹੈ। ਉਸ ਨੂੰ ਆਖੋ ਵਾਹ ਵਾਹ ਵਾਹ। ਜਦੋਂ ਇਹਨਾਂ ਚੀਜ਼ਾਂ ਨੂੰ ਤੁਹਾਡੀ ਸੁਰਤ ਵੇਖੇਗੀ। ਅਜੇ ਤਾਂ ਅਸੀਂ ਪਹਿਲੀ ਗੱਲ ਤਾਂ ਸਾਧ ਸੰਗਤ ਜੀ ਅਜੇ ਅਸੀਂ ਸੁਣਿਆ ਹੀ ਨਹੀਂ। ਸਿੱਖ ਬਣਨ ਦੀ ਪਹਿਲੀ ਗੱਲ ਹੈ ਸੁਣਨਾ, ਗੁਰੂ ਗ੍ਰੰਥ ਸਾਹਿਬ ਸੁਣਨਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਨ ਨਾਲ ਤੇ ਬੜੇ ਬੜੇ ਵੱਡੇ ਸਿੱਧ ਬਣ ਜਾਈਦਾ, ਪੀਰ ਬਣ ਜਾਈਦਾ, ਨਾਥ ਬਣ ਜਾਈਦਾ। ਸੁਣਨਾ ਹੀ ਨਹੀਂ ਅਸੀਂ ਤੇ ਫਿਰ ਕੀ ਬਣਨਾ? ਜਦੋਂ ਸੁਣਾਂਗੇ ਫਿਰ ਉਹਨੂੰ ਮੰਨਾਂਗੇ, ਜਦੋਂ ਮੰਨਾਂਗੇ ਫਿਰ ਉਹਦੇ ਵਿੱਚ ਬਾਰ-ਬਾਰ ਆਪਣਾ ਮਨ ਨਿਧਿਆਸਨ ਕਰਾਂਗੇ, ਚਿੰਤਨ ਕਰਾਂਗੇ, ਫਿਰ ਇਕਾਗਰਤਾ ਬਣੇਗੀ, ਫਿਰ ਭਾਂਡਾ ਤਿਆਰ ਹੋਵੇਗਾ, ਫਿਰ ਉਹਦੇ 'ਚ ਬ੍ਰਹਮ ਗਿਆਨ ਦੀ ਵਸਤੂ ਪਏਗੀ। ਫਿਰ ਉਹ ਗੁਣਾਂ ਦਾ ਪਤਾ ਲੱਗੇਗਾ ਵੀ ਉਹ ਗੁਣ ਕੀ ਹਨ, ਉਹ ਕਿਹੜੇ ਕਿਹੜੇ ਗੁਣ ਹਨ ਵਾਹਿਗੁਰੂ ਦੇ, ਨਿਰੰਕਾਰ ਦੇ, ਕਿ ਸਾਰਿਆਂ 'ਚ ਕਿਵੇਂ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਉਹ ਨਜ਼ਰ ਆ ਜਾਏਗਾ। ਜਦੋਂ ਉਹ ਅਵਸਥਾ ਬਣੇਗੀ ਫਿਰ ਨਿਕਲੇ ਵਾਹ 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 ਵਾਹ, ਵੰਡਰਫੁਲ। ਹਾਂ, ਬਹੁਤ ਹੀ ਸੁੰਦਰ ਸਰੂਪ ਉਹਦਾ। ਮੁਸਲਮਾਨ ਵੀਰ ਕਹਿੰਦੇ ਸੁਭਾਨ ਅੱਲਾ, ਸੁਭਾਨ ਅੱਲਾ। ਉਹਦੀ ਕੁਦਰਤ ਨੂੰ ਵੇਖ ਕੇ ਮੂੰਹ ਤੋਂ ਨਿਕਲਦਾ ਸੁਭਾਨ ਤੇਰੀ ਕੁਦਰਤ। ਪੰਜਾਬੀ 'ਚ ਨਿਕਲਦਾ ਵਾਹ ਬਈ ਵਾਹ, ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮੈਂ ਰਿਹਾ ਸਮਾਏ। ਹਾਂਜੀ, ਨੇਤ ਨੇਤ ਜਿਹ ਭੇਦ ਬਤਾਵਾ। ਵੇਦ ਵੀ ਕਹਿੰਦੇ ਨੇ ਨੇਤ ਨੇਤ ਨਾ ਇਤੀ ਨਾ ਇਤੀ ਨਾ ਇਤੀ। ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਵੀ ਬਸ ਨਹੀਂ। ਇਤੀ ਦਾ ਮਤਲਬ ਹੁੰਦਾ ਵੀ ਬਸ ਇੱਥੇ ਸਟਾਪ ਲਾ ਦਿਓ। ਸੰਸਕ੍ਰਿਤ ਦੀ ਕੋਈ ਕਿਤਾਬ ਤੁਸੀਂ ਪੜ੍ਹੋ, ਉਹਦੇ ਵਿੱਚ ਲਿਖਿਆ ਹੁੰਦਾ ਇਤੀ, ਯਾਨੀ ਇੱਥੇ ਬਸ ਸਮਾਪਤ, ਚੈਪਟਰ ਕਲੋਜ਼ ਹੋ ਗਿਆ ਸਾਰਾ। ਪਰ ਉਸ ਇਤੀ ਤੋਂ ਪਹਿਲਾਂ ਨਾ ਲਾ ਦਿਓ, ਨਾ ਇਤੀ ਨਾ ਇਤੀ। ਇੱਥੇ ਬਸ ਨਹੀਂ, ਇੱਥੇ ਵੀ ਬਸ ਨਹੀਂ, ਇੱਥੇ ਵੀ ਸਟਾਪ ਨਹੀਂ, ਇੱਥੇ ਵੀ ਗੱਲ ਮੁੱਕਦੀ ਨਹੀਂ, ਅਜੇ ਹੋਰ ਹੈ। ਤੁਸੀਂ 10ਵੇਂ ਪਾਤਸ਼ਾਹ ਦੀ ਬਾਣੀ 'ਚ ਇੱਕ ਸ਼ਬਦ ਪੜ੍ਹਦੇ ਅਫਜੂ। ਅਫਜੂ ਦਾ ਮਤਲਬ ਹੁੰਦਾ ਵੀ ਅਜੇ ਗੱਲ ਮੁੱਕੀ ਨਹੀਂ, ਕੰਟੀਨਿਊ ਚੱਲ ਰਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਦੀ ਗੱਲ ਕਦੀ ਵੀ ਨਹੀਂ ਮੁੱਕੀ, ਕਦੀ ਵੀ ਨਹੀਂ ਮੁੱਕੀ, ਕਦੀ ਵੀ ਨਹੀਂ ਮੁੱਕਣੀ। ਕਰੀ ਚੱਲੋ, ਕਰੀ ਚੱਲੋ, ਮੁੱਕਣੀ ਥੋੜਾ। ਇਸ ਕਰਕੇ ਵੇਦ ਕਹਿੰਦੇ ਨੇ ਵੀ ਅਸੀਂ ਜੋ ਕੁਝ ਕਿਹਾ ਹੈ, ਵੇਦਾਂ ਦਾ ਵਾਕ ਹੈ, ਵੇਦਾਂ ਦੀ ਬਾਣੀ ਹੈ। ਵੇਦ ਕਹਿੰਦੇ ਨੇ ਜੋ ਅਸੀਂ ਕਿਹਾ ਹੈ ਉਹ ਪੂਰਾ ਨਹੀਂ, ਅਜੇ ਬਹੁਤ ਕੁਝ ਕਹਿਣ ਵਾਲਾ ਹੈ। ਨੇਤ ਨੇਤ ਮਹਾਰਾਜ 10ਵੇਂ ਪਾਤਸ਼ਾਹ ਵੀ ਕਹਿੰਦੇ ਨੇਤ ਨੇਤ ਬਨ ਤ੍ਰਿਣ ਕਹਿਤ। ਸਾਰੀ ਸ੍ਰਿਸ਼ਟੀ ਕਹਿ ਰਹੀ ਹੈ ਵੀ ਇੱਥੇ ਗੱਲ ਨਹੀਂ ਮੁੱਕਦੀ, ਅਜੇ ਹੋਰ ਹੈ, ਅਜੇ ਹੋਰ ਹੈ, ਅਜੇ ਹੋਰ। ਨੇਤ ਨੇਤ ਜੇ ਵੇਦ ਬਤਾਵਾ। ਜਿਸ ਪ੍ਰਮਾਤਮਾ ਦੇ ਸਰੂਪ ਨੂੰ ਵੇਦ ਨੇਤ ਨੇਤ ਕਹਿੰਦੇ ਹਨ। ਜਿਹ ਅਨਜਾਨ ਦਿਪੈ ਭਵਨਾਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਜਿਹੜੇ ਉਸ ਸਰੂਪ ਨੂੰ ਨਹੀਂ ਜਾਣਦੇ, ਅਗਿਆਨੀ ਹਨ, ਜਿਨ੍ਹਾਂ ਨੂੰ ਬ੍ਰਹਮ ਗਿਆਨ ਨਹੀਂ ਹੋਇਆ, ਉਹਨਾਂ ਨੂੰ ਸੰਸਾਰ ਅਨੇਕਤਾ ਦਾ ਦਿਸਦਾ ਹੈ, ਅਨੇਕ ਤਰ੍ਹਾਂ ਦਾ। ਜਿਨ੍ਹਾਂ ਨੂੰ ਬ੍ਰਹਮ ਗਿਆਨ ਨਹੀਂ ਹੋਇਆ, ਉਹਨਾਂ ਨੂੰ ਸੰਸਾਰ ਵੱਖਰਾ ਵੱਖਰਾ ਦਿਸ ਰਿਹਾ ਹੈ। ਇਹ ਕੀੜੀ ਹੈ, ਇਹ ਹਾਥੀ ਹੈ। ਬ੍ਰਹਮ ਗਿਆਨੀ ਦੇ ਵਿੱਚ ਤੇ ਆਮ ਬੰਦੇ 'ਚ ਕੀ ਫਰਕ ਹੈ? ਆਮ ਆਦਮੀ ਨੂੰ ਤੁਸੀਂ ਕਹੋ ਵੀ ਆਹ ਕੀੜੀ ਹੈ ਤੇ ਹਾਥੀ ਹੈ ਇੱਕੋ ਜਿਹੇ, ਉਹ ਕਹਿੰਦੇ ਕਿੱਦਾਂ ਹੋ ਸਕਦਾ? ਆਮ ਆਦਮੀ ਨੂੰ, ਅਗਿਆਨੀ ਬੰਦੇ ਨੂੰ ਆਪਾਂ ਕਹੀਏ ਵੀ ਕੀੜੀ ਤੇ ਹਾਥੀ ਇੱਕੋ ਹੀ ਚੀਜ਼ ਹੈ, ਉਹਦੇ ਦਿਮਾਗ 'ਚ ਨਹੀਂ ਆ ਸਕਦੀ ਗੱਲ, ਉਹਨੂੰ ਅੰਡਰਸਟੈਂਡ ਕਰ ਹੀ ਨਹੀਂ ਸਕਦਾ। ਉਹ ਕਹੇਗਾ ਐਡਾ ਵੱਡਾ ਹਾਥੀ, ਅਰਬਾਂ ਕੀੜੀਆਂ ਇਕੱਠੀਆਂ ਹੋ ਜਾਣ ਤਾਂ ਵੀ ਹਾਥੀ ਦੇ ਬਰਾਬਰ ਨਹੀਂ ਹੋ ਸਕਦੀਆਂ। ਹਾਥੀ ਦਾ ਭਾਰ ਕਿੰਨਾ ਤੇ ਕੀੜੀ ਦਾ। ਬ੍ਰਹਮ ਗਿਆਨੀ ਕਹੇਗਾ ਨਹੀਂ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਉਹ ਜਿਹੜੀ ਵਿੱਚ ਚੇਤਨ ਜੋਤ ਹੈ ਨਾ, ਉਹਦਾ ਵਜਨ ਕੋਈ ਨਹੀਂ, ਉਹਦਾ ਸਰੂਪ ਕੋਈ ਨਹੀਂ ਪਕੜਿਆ ਜਾ ਸਕਦਾ, ਪਰ ਚੇਤਨ ਜੋਤ ਹੈ। ਉਹ ਹਾਥੀ ਵੀ ਉਹਦੇ ਕਰਕੇ ਜੀਂਦਾ ਹੈ, ਕੀੜੀ ਵੀ ਉਹਦੇ ਕਰਕੇ ਜੀਂਦੀ ਹੈ। ਉਹ ਜੋਤ ਇੱਕੋ ਹੀ ਹੈ। ਉਹੀ ਜੋਤ ਹੈ ਜਿਹੜੀ ਹਾਥੀ 'ਚ ਹੈ, ਉਹੀ ਜੋਤ ਹੈ ਕੀੜੀ 'ਚ ਹੈ। ਇਹਦਾ ਮਤਲਬ ਵੀ ਉਹ ਨਾ ਮੋਟੀ ਹੈ ਨਾ ਪਤਲੀ ਹੈ, ਉਹਦੀ ਤਾਂ ਖੇਡ ਹੀ ਵੱਖਰੀ ਹੈ। ਉਹ ਜੋਤ ਨੂੰ ਪਛਾਣਨ ਵਾਲਾ ਬ੍ਰਹਮ ਗਿਆਨੀ ਕੀੜੀ ਤੇ ਹਾਥੀ ਨੂੰ ਇੱਕੋ ਹੀ ਸਮਝ ਲੈਂਦਾ। ਪਰ ਸੰਸਾਰੀ ਬੰਦਾ ਕਹਿੰਦਾ ਨਹੀਂ ਨਹੀਂ ਜੀ, ਕੀੜੀ ਏਡੀ ਛੋਟੀ, ਹਾਥੀ ਏਡਾ ਵੱਡਾ, ਕਿੱਦਾਂ ਇੱਕ ਹੋ ਸਕਦੇ? ਜਿਨ੍ਹਾਂ ਨੇ ਅਣਜਾਣ ਪੁਣੇ ਵਿੱਚ ਦੇਖਣਾ ਹੈ, ਉਹਨਾਂ ਅਣਜਾਣ ਲੋਕਾਂ ਨੂੰ ਸੰਸਾਰ ਭਵਨਾਮ ਸੰਸਾਰ ਦਾ ਹੈ, ਨਾਨਾ ਪ੍ਰਕਾਰ ਦਾ ਦਿਸਦਾ ਹੈ। ਮੋਟਾ ਪਤਲਾ, ਗੋਰਾ ਕਾਲਾ, ਛੋਟਾ ਵੱਡਾ, ਹਿੰਦੂ ਮੁਸਲਮਾਨ, ਗਰੀਬ ਅਮੀਰ, ਪਸ਼ੂ ਪੰਛੀ, ਕੀੜੇ ਮਕੌੜੇ, ਭੇਦ ਦਿਸੇਗਾ ਉਸਨੂੰ। 5 ਪ੍ਰਕਾਰ ਦੇ ਭੇਦ ਵਿਦਵਾਨਾਂ ਨੇ ਕਲਪਨ ਕੀਤੇ। ਜੀਵ ਜੀਵ ਦਾ ਪਰਸਪਰ ਭੇਦ ਹੈ। ਇੱਕ ਬੰਦੇ ਨਾਲ ਦੂਜਾ ਬੰਦਾ ਫਰਕ ਹੈ, ਉਹਦਾ ਨਾਂ ਹੋਰ ਹੈ, ਉਹਦੀ ਸ਼ਕਲ ਹੋਰ ਹੈ। ਇੱਕ ਘੋੜੇ ਨਾਲੋਂ ਦੂਜੇ ਘੋੜੇ 'ਚ ਵੀ ਫਰਕ ਹੈ, ਇੱਕ ਕੁੱਤੇ ਨਾਲੋਂ ਦੂਜੇ ਕੁੱਤੇ 'ਚ ਵੀ ਫਰਕ ਹੈ। ਜੀਵ ਜੀਵ ਦਾ ਆਪਸ 'ਚ ਭੇਦ ਹੈ। ਔਰ ਜੀਵ ਦਾ ਤੇ ਈਸ਼ਵਰ ਦਾ ਵੀ ਭੇਦ ਹੈ। ਈਸ਼ਵਰ ਸਰਵ ਸ਼ਕਤੀਮਾਨ ਹੈ, ਜੀਵ ਥੋੜੀ ਜਿਹੀ ਸ਼ਕਤੀ ਲੈ ਕੇ ਤੁਰਿਆ ਫਿਰਦਾ, ਅਲਪਗ ਹੈ। ਜੀਵ ਈਸ਼ਵਰ ਸਰਵੱਗ ਹੈ, ਜੀਵ ਅਲਪਗ ਹੈ। ਕਹਿੰਦੇ ਫਿਰ ਜੀਵ ਦਾ ਤੇ ਜੜ ਦਾ ਵੀ ਭੇਦ ਹੈ। ਜੜ ਉਹ ਚੀਜ਼ ਨੂੰ ਕਹਿੰਦੇ ਜਿਹੜੀ ਆਪਣੇ ਆਪ ਨਾ ਬੋਲ ਸਕੇ, ਨਾ ਹਿੱਲ ਸਕੇ, ਜਿਹਨੂੰ ਆਪਣੇ ਆਪ ਨੂੰ ਵੀ ਨਾ ਜਾਣੇ, ਦੂਸਰੇ ਨੂੰ ਵੀ ਨਾ ਜਾਣੇ, ਉਹਨੂੰ ਜੜ ਕਹਿੰਦੇ। ਪੱਥਰ ਦਾ ਤੇ ਚਲਦੇ ਫਿਰਦੇ ਜੀਵ ਦਾ ਭੇਦ ਹੈ ਨਾ। ਪੱਥਰ ਤੇ ਇੱਕੋ ਜਗ੍ਹਾ ਤੇ ਪਿਆ ਰਹੇਗਾ, ਤੇ ਕਾਵਾਂ ਚੀਲਾਂ ਪਸ਼ੂਆਂ ਪੰਛੀਆਂ ਨੇ ਉੱਡਦੇ ਫਿਰਨਾ, ਦੌੜਦੇ ਫਿਰਨਾ। ਆਖੋ ਸ੍ਰੀ ਵਾਹਿਗੁਰੂ। ਜੀਵ ਦਾ ਤੇ ਜੜ ਦਾ ਭੇਦ ਹੈ, ਜੜ ਦਾ ਤੇ ਜੜ ਦਾ ਵੀ ਭੇਦ ਹੈ ਆਪਸ ਵਿੱਚ। ਪੱਥਰ ਤੇ ਇੱਟ ਦੋ ਪਈਆਂ ਨੇ, ਸਿਆਣਾ ਬੰਦਾ ਪਛਾਣੇ, ਕਹਿੰਦਾ ਇਹ ਇੱਟ ਹੈ, ਇਹ ਪੱਥਰ ਹੈ। ਇੱਟ ਮਿੱਟੀ ਤੋਂ ਬਣੀ ਹੈ, ਬਣਾਈ ਹੈ ਉਸਨੇ, ਘੁਮਿਆਰ ਨੇ ਸਪੈਸ਼ਲ ਸੰਚੇ 'ਚ। ਪੱਥਰ ਕੁਦਰਤੀ ਬਣਿਆ ਪਿਆ, ਉਹਦਾ ਵੀ ਫਰਕ ਹੈ। ਦਰਖਤ ਦਾ, ਪੱਥਰ ਦਾ, ਇੱਟ ਦਾ, ਰੋੜੇ ਦਾ, ਮੰਜੇ ਦਾ, ਇਹ ਸਾਰੀਆਂ ਜੜ ਚੀਜ਼ਾਂ ਨੇ। ਲੋਹਾ ਪਿਆ, ਜੜ ਹੈ, ਆਪਣੇ ਆਪ ਨੂੰ ਨਹੀਂ ਜਾਣਦਾ ਵੀ ਮੈਂ ਲੋਹਾ ਹਾਂ। ਪੱਥਰ ਨੂੰ ਨਹੀਂ ਪਤਾ ਮੈਂ ਪੱਥਰ ਹਾਂ। ਉਹਦੇ ਆਪੋਜਿਟ ਵੀ ਬਹੁਤ ਸਾਰੀ ਚੀਜ਼ਾਂ ਪਈਆਂ ਨੇ, ਥਿੰਗਸ ਪਈਆਂ ਨੇ, ਜਿਨ੍ਹਾਂ ਦਾ ਆਪਸ 'ਚ ਭੇਦ ਹੈ। ਆਖੋ ਸ੍ਰੀ ਵਾਹਿਗੁਰੂ। ਜੀਵ ਦਾ ਤੇ ਜੜ ਦਾ ਭੇਦ ਹੈ, ਜੜ ਦਾ ਤੇ ਜੜ ਦਾ ਆਪਸ ਵਿੱਚ ਭੇਦ ਹੈ, ਜੜ ਦਾ ਤੇ ਈਸ਼ਵਰ ਦਾ ਵੀ ਭੇਦ ਹੈ। ਈਸ਼ਵਰ ਚੇਤਨ ਹੈ, ਜੜ ਵਿਚਾਰਾ ਪਿਆ ਪੱਥਰ। ਈਸ਼ਵਰ ਦਾ ਤੇ ਜੀਵ ਦਾ ਵੀ ਭੇਦ ਹੈ। ਜੀਵ ਦਾ ਦੂਜੇ ਜੀਵ ਨਾਲ ਵੀ ਭੇਦ ਹੈ। 5 ਪ੍ਰਕਾਰ ਦਾ ਭੇਦ ਹੈ। ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਹ ਇੱਕੋ ਹੀ ਹੈ। ਮਹਾਰਾਜ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਣ ਲੱਗੇ ਆ, ਕਹਿੰਦੇ ਜਿਹੜਾ ਬਾਣੀ ਤੋਂ ਵੀ ਪਰੇ ਹੈ, ਜਿਹੜਾ ਵੇਦਾਂ ਦੇ ਵਿੱਚ ਵੀ ਕਿਹਾ ਨੇਤ ਨੇਤ, ਉਹ ਪਰਮਾਤਮਾ ਵਾਹਿਗੁਰੂ ਨੂੰ ਜਦੋਂ ਭਗਤ ਜਨ ਦੇਖਦੇ ਹਨ, ਅਨੁਭਵ ਕਰਦੇ ਹਨ, ਅਨੁਭਵ ਖੁੱਲ੍ਹ ਜਾਂਦਾ ਹੈ, ਅਨੁਭਵ ਦੇ ਵਿੱਚ ਦਰਸ਼ਨ ਹੁੰਦੇ ਆ ਉਸਦੇ, ਤਾਂ ਫਿਰ ਮੂੰਹ ਤੋਂ ਨਿਕਲਦਾ ਵਾਹ 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 ਵਾਹ। ਹਾਂਜੀ। ਹੋਤ ਨਿਰਵਾਣ ਜਾਹੀ ਕੇ ਜਾਨਾ। ਜਿਸ ਨੂੰ ਜਾਣਨ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ, ਜਿਸ ਨੂੰ ਜਾਣਨ ਤੋਂ ਬਾਅਦ ਨਿਰਵਾਣ ਅਵਸਥਾ ਹੋ ਜਾਂਦੀ ਹੈ। ਜਾਣਨ ਤੋਂ ਬਿਨਾਂ ਜਨਮ ਮਰਨ ਚੱਲਦਾ ਹੈ, ਜਾਣਨ ਤੋਂ ਬਿਨਾਂ ਦੁੱਖ ਹੁੰਦੇ ਨੇ, ਜਾਣਨ ਤੋਂ ਬਿਨਾਂ ਜੀਵ 84 'ਚ ਪਿਆ ਰਹਿੰਦਾ ਹੈ।
ਜਦੋਂ ਉਸ ਬ੍ਰਹਮ ਜੋਤ ਨੂੰ ਜਾਣ ਲੈਂਦਾ ਹੈ, ਉਹਦੀ 84 ਕੱਟੀ ਜਾਂਦੀ ਹੈ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦਾ ਬੰਧਨ ਕੱਟਿਆ ਜਾਂਦਾ ਹੈ, ਬਸ ਨਿਰਵਾਣ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਅਖਰ ਅਕਹਿ ਅਗਾਧ ਅਪਾਰ। ਅਖਰ, ਅਖਰ ਦਾ ਮਤਲਬ ਜੋ ਖੁਰੇ ਨਾ, ਖਰ ਹੁੰਦਾ ਕੋਈ ਚੀਜ਼ ਬੋਧੀ ਹੋ ਜਾਣੀ, ਨਾਸ ਹੋ ਜਾਣੀ। ਕੱਪੜਾ ਇਹ ਖੁਰ ਖੁਰ ਕੇ ਪੁਰਾਣਾ ਹੋ ਜਾਣਾ। ਸਾਡਾ ਸਰੀਰ ਵੀ ਹੌਲੇ 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 ਬੁੱਢਾ ਹੋ ਰਿਹਾ, ਇੱਕ ਦਿਨ ਜਰਜਰੀ ਹੋ ਕੇ ਮਿੱਟੀ ਹੋ ਜਾਣਾ। ਆਹ ਬਿਲਡਿੰਗ ਜਿਹੜੀ ਬਣਾਈ ਆਪਾਂ 150 ਸਾਲ ਨੂੰ, ਇਹ ਪੁਰਾਣੀ ਹੋ ਜਾਣੀ ਹੈ। ਦੁਨੀਆ ਦੀ ਕੋਈ ਵੀ ਚੀਜ਼ ਦੱਸੋ ਸਦਾ ਇੱਕੋ ਜਿਹੀ ਨਹੀਂ ਰਹਿਣੀ, ਕੋਈ ਵੀ ਚੀਜ਼। ਸੂਰਜ ਵੀ ਨਹੀਂ ਰਹਿਣਾ, ਇਹ ਵੀ ਕਹਿੰਦੇ ਨੇ ਇੱਕ ਦਿਨ ਠੰਡਾ ਹੋ ਜਾਣਾ। ਆਹ ਧਰਤੀ ਵੀ ਨਹੀਂ ਰਹਿਣੀ ਇੱਕ ਦਿਨ, ਸਾਇੰਸਦਾਨ ਵੀ ਮੰਨਦੇ ਆ, ਗੁਰਬਾਣੀ ਵੀ ਮੰਨਦੀ ਹੈ। ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਉਹ ਜਿਹੜਾ ਹੈ ਨਾ ਵਾਹਿਗੁਰੂ ਪਰਮਾਤਮਾ ਜੋਤ, ਉਹ ਅਖਰ ਹੈ, ਉਹ ਨਹੀਂ ਖਰੇਗਾ, ਉਹ ਨਹੀਂ ਨਾਸ ਹੋਵੇਗਾ, ਉਹ ਨਹੀਂ ਪੁਰਾਣਾ ਹੋਵੇਗਾ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟਾ। ਸੱਚ ਪੁਰਾਣਾ ਹੋਵੇ ਨਹੀਂ, ਸੱਚ ਨਹੀਂ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਸਦਾ ਹੀ ਸੱਚ ਹੈ। ਅਖਰ ਅੱਗੇ ਪੜੋ ਕੀ ਹੈ ਜੀ? ਅਖਰ ਅਕਹਿ ਅਗਾਧ ਅਪਾਰ। ਅਕਹਿ ਦਾ ਮਤਲਬ ਜੋ ਕਿਹਾ ਵੀ ਨਹੀਂ ਜਾ ਸਕਦਾ, ਕੋਈ ਦੁਨੀਆ ਦੀ ਤਾਕਤ ਨਹੀਂ ਕਹਿ ਸਕਦੀ। ਉਹਦੇ ਲਈ ਸ਼ਬਦ ਹੀ ਮੁੱਕ ਜਾਂਦੇ। ਜਦੋਂ ਉਹਦੀ ਗੱਲ ਚੱਲਦੀ ਹੈ ਤਾਂ ਜ਼ੁਬਾਨ ਬੰਦ ਹੋ ਜਾਂਦੀ ਹੈ। ਜਿਹੜਾ ਕਹਿੰਦਾ ਹੈ ਉਹਨੇ ਸਮਝੋ ਜਾਣਿਆ ਨਹੀਂ, ਜਿਹਨੇ ਜਾਣਿਆ ਉਹ ਕਹਿੰਦਾ ਨਹੀਂ। ਆ ਮੈਂ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਇਹਦਾ ਮਤਲਬ ਹੈ ਵੀ ਆਪਣਾ ਮੈਂ ਜਾਣਿਆ ਨਾ ਤੁਸੀਂ ਜਾਣਿਆ, ਤਾਂ ਹੀ ਆਪਾਂ ਗੱਲਾਂ ਕਰ ਰਹੇ ਹਾਂ। ਜਿਸ ਦਿਨ ਆਪਾਂ ਜਾਣ ਲਿਆ, ਬੋਲਣਾ ਬੰਦ ਹੋ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੂੰਹ ਭਰੀਐ ਕਿਉਂ ਬੋਲੀਐ। ਮੂੰਹ 'ਚ ਲੱਡੂ ਪਾ ਲਓ ਤੇ ਫਿਰ ਕਹੋ ਗੱਲਾਂ ਕਰ। ਲੱਡੂ ਪਾ ਕੇ ਮੂੰਹ 'ਚ ਗੱਲਾਂ ਥੋੜ੍ਹਾ ਹੁੰਦੀਆਂ। ਜਦੋਂ ਪ੍ਰਮਾਤਮਾ ਰੂਪੀ ਲੱਡੂ ਮੂੰਹ 'ਚ ਪੈ ਜਾਂਦਾ, ਫਿਰ ਕਥਾ ਵੀ ਬੰਦ ਹੋ ਜਾਂਦੀ ਹੈ। ਅਕਹਿ, ਫਿਰ ਕਹੀ ਨਹੀਂ ਜਾਂਦੀ ਗੱਲ। ਅਕਹਿ ਅਗਾਧ ਅਪਾਰ। ਅਗਾਧ ਕਹਿੰਦੇ ਨੇ ਡੂੰਘੇ ਨੂੰ। ਸਮੁੰਦਰ ਡੂੰਘਾ ਹੈ, ਪਰ ਫਿਰ ਵੀ ਕਈ ਮਸ਼ੀਨਾਂ ਲਾ ਕੇ, ਕਈ ਗੋਤਾਖੋਰ ਥੱਲੇ ਤੱਕ ਜਾ ਕੇ ਆਉਂਦੇ ਨੇ। ਕਈ ਦੱਸਦੇ ਵੀ ਇੱਥੋਂ ਸਮੁੰਦਰ ਮੀਲ ਡੂੰਘਾ ਹੈ, ਇੱਥੋਂ ਸਮੁੰਦਰ 5000 ਮੀਲ ਡੂੰਘਾ, 5000 ਮੀਟਰ ਡੂੰਘਾ ਹੈ, ਇੱਥੋਂ ਇੰਨੇ ਫੁੱਟ ਡੂੰਘਾ ਹੈ, ਦੱਸ ਦਿੰਦੇ ਨੇ। ਸਮੁੰਦਰ ਦੀ ਡੂੰਘਾਈ ਤਾਂ ਮਾਪ ਲੈਂਦੇ, ਪਰਮਾਤਮਾ ਦੀ ਡੂੰਘਾਈ ਨਹੀਂ ਮਾਪੀ ਜਾ ਸਕਦੀ। ਕਿੰਨਾ ਕੁ ਡੂੰਘਾ ਹੈ। ਅਗਾਧ ਅਪਾਰ। ਪਰਲਾ ਪਾਸਾ ਅਮਰੀਕਾ ਤੋਂ ਪਰੇ ਕੈਨੇਡਾ ਹੈ, ਕੈਨੇਡਾ ਤੋਂ ਪਰੇ ਸਮੁੰਦਰ ਹੈ, ਸਮੁੰਦਰ ਤੋਂ ਪਰੇ ਫਿਰ ਧਰਤੀ ਹੈ, ਉਹ ਧਰਤੀ ਤੋਂ ਪਰਾਂ ਫਿਰ ਸਮੁੰਦਰ ਹੈ, ਆਕਾਸ਼ ਹੈ, ਚੰਦ ਹੈ, ਸੂਰਜ ਹੈ, ਤਾਰੇ। ਕਿਤੇ ਨਾ ਕਿਤੇ ਹੱਦ ਆ ਜਾਂਦੀ ਹੈ, ਉਹਦੀ ਕੋਈ ਹੱਦ ਨਹੀਂ, ਉਹ ਅਪਾਰ ਹੈ। ਹਾਂਜੀ। ਸਹਸਾਨਨ ਜਿਹ ਲਹਿ ਨ ਪਾਰ। ਜਿਹਦੇ 1000 ਮੂੰਹ ਨੇ ਨਾ, 1000 ਮੂੰਹ, ਉਹ ਸ਼ੇਸ਼ਨਾਗ। ਸ਼ੇਸ਼ਨਾਗ ਦੇ 1000 ਮੂੰਹ ਨੇ। ਸ਼ੇਖ ਨਾਗ ਸਿਰ ਸਹਿਸ ਬਣਾਈ, ਦਵੈਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਉਹ ਸ਼ੇਸ਼ਨਾਗ ਆਪਣੇ 1000 ਮੂੰਹਾਂ 'ਚ 2000 ਜੀਭਾਂ ਰੱਖਦਾ ਹੈ। ਕਿਉਂਕਿ ਤੁਹਾਨੂੰ ਪਤਾ ਹੈ ਸੱਪ ਦਾ ਇੱਕ ਸਿਰ ਹੋਵੇ ਤੇ 2 ਜੀਭਾਂ ਹੁੰਦੀਆਂ, ਤੇ ਜੇ 1000 ਸਿਰ ਹੋਵੇ ਤੇ ਕਿੰਨੀਆਂ ਜੀਭਾਂ ਹੋਣਗੀਆਂ? 2000 ਜੀਭਾਂ ਨਾਲ ਪਰਮਾਤਮਾ ਦੇ ਨਿਤ ਨਵੇਂ ਨਾਮ ਰੋਜ਼ ਲੈਂਦਾ, ਔਰ ਜਿਹੜੇ ਇੱਕ ਵਾਰੀ ਲੈ ਲਵੇ ਦੁਬਾਰਾ ਨਹੀਂ ਰਿਪੀਟ ਕਰਦਾ। ਹਜ਼ਾਰਾਂ ਨਾਮ ਰੋਜ਼ ਨਵੇਂ ਘੜਦਾ ਹੈ ਪਰਮਾਤਮਾ ਦੇ। ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ, ਜਪ ਜਪ ਕੇ ਅੰਤ ਨਹੀਂ ਪਾ ਸਕਿਆ। ਅਜੇ ਤੱਕ ਉਹਦੇ ਕੋਲੋਂ ਪਰਮੇਸ਼ਰ ਦੇ ਨਾਮ ਨਹੀਂ ਮੁੱਕੇ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ। ਆਪ ਨਾਸਾ ਵਾਲੇ ਖੋਜ ਕਰ ਰਹੇ ਨੇ ਕੁਦਰਤ ਦੀ। ਕੁਦਰਤ ਦਾ 5% ਵੀ ਨਹੀਂ ਲੱਭਿਆ। ਉਹ ਕਹਿੰਦੇ ਜੇ ਤੁਸੀਂ 5% ਵੀ ਨਹੀਂ ਦੇਖਿਆ, ਬਹੁਤ ਕੁਛ ਪਿਆ ਜਿਹੜਾ ਅਜੇ ਦੇਖਣਾ, ਦੇਖਿਆ ਜਾਣਾ ਹੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਬੇਅੰਤ ਹੈ, ਬੇਅੰਤ ਹੈ, ਬੇਅੰਤ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ
ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਉਹਦੀਆਂ ਖੇਡਾਂ ਉਹੀ ਜਾਣਦਾ। ਅਸੁਰ ਸੁਰਾ ਤ੍ਰਿਣ ਵਿਦ ਮੁਨ ਬ੍ਰਿੰਦ। ਅਸੁਰ ਕਹਿੰਦੇ ਨੇ ਰਾਖਸ਼ਾਂ ਨੂੰ, ਸੁਰ ਕਹਿੰਦੇ ਨੇ ਦੇਵਤਿਆਂ ਨੂੰ। ਕਹਿੰਦੇ ਰਾਖਸ਼ ਵੀ ਉਹਦੇ ਬਣਾਏ ਹੋਏ ਨੇ, ਦੇਵਤੇ ਵੀ ਉਹਦੇ ਬਣਾਏ ਹੋਏ ਨੇ। ਰਾਖਸ਼ਾਂ 'ਚ ਵੀ ਬੈਠਾ ਹੈ, ਦੇਵਤਿਆਂ 'ਚ ਵੀ ਬੈਠਾ ਹੈ। ਤ੍ਰਿਣ ਘਾਹ ਦੇ ਨਿੱਕੇ ਜੇ ਤੀਲੇ ਵਿੱਚ ਵੀ ਉਹ ਬੈਠਾ ਹੈ। ਜਿਹੜਾ ਪੈਰਾਂ ਥੱਲੇ ਅਸੀਂ ਘਾਹ ਲਤਾੜ ਕੇ ਲੰਘ ਜਾਂਦੇ ਹਾਂ, ਅਸੀਂ ਉਹਦੀ ਕੋਈ ਵੈਲਿਊ ਨਹੀਂ ਜਾਣਦੇ। ਭਾਈ ਗੁਰਦਾਸ ਜੀ ਨੇ ਉਹਦੀ ਵੈਲਿਊ ਲਿਖੀ ਹੈ। ਕਹਿੰਦੇ ਲੱਤਾਂ ਹੇਠ ਲਤਾੜੀਐ, ਘਾਹ ਨਾ ਕੱਢੈ ਸਾਹ ਵਿਚਾਰਾ। ਲੱਤਾਂ ਹੇਠ ਲਤਾੜੀਏ, ਘਾਹ ਨਾ ਕੱਢੇ ਸਾਹ ਵਿਚਾਰਾ। ਵਿਚਾਰਾ ਸਾਹ ਨੇ ਕਦੀ, ਘਾਹ ਨੇ ਕਦੀ ਆਖਿਆ ਮੈਨੂੰ ਤਕਲੀਫ ਹੈ ਭਾਈ ਪਰੇ ਹੋ ਕੇ ਲੰਘ। ਤੇ ਕਦੀ ਘਾਹ ਨੂੰ ਅਸੀਂ ਸੌਰੀ ਵੀ ਨਹੀਂ ਕਿਹਾ, ਉਹ ਪੈਰਾਂ ਥੱਲੇ ਹੀ ਦੱਬਦਾ। ਤੇ ਕਹਿੰਦੇ ਉਸ ਘਾਹ ਨੂੰ ਗੋਰਸ ਦੇ ਖੜਕਾਏ ਕੈ, ਗਾਏ ਗਰੀਬੀ ਪਰਉਪਕਾਰਾ। ਉਹ ਘਾਹ ਨੂੰ ਖਾ ਕੇ ਗਾਂ ਨਿਮਰਤਾ ਧਾਰਨ ਕਰਨ ਵਾਲੀ, ਗਰੀਬੀ ਧਾਰਨ ਕਰਨ ਵਾਲੀ ਦੁੱਧ ਦਿੰਦੀ ਹੈ। ਗੋ ਰਸ, ਗੋ ਦਾ ਰਸ। ਗੋ ਦਾ ਰਸ ਕੀ ਹੁੰਦਾ? ਦੁੱਧ, ਗਊ ਦਾ ਰਸ। ਗੋਰਸ ਦੇ ਖੜਕਾਏ ਕੇ, ਘਾਹ ਖਾ ਕੇ ਦੁੱਧ ਦਿੰਦੀ ਹੈ। ਗਾਏ ਗਰੀਬੀ, ਗਾਂ ਗਰੀਬੀ ਵਾਲੀ ਹੈ, ਨਿਮਰਤਾ ਵਾਲੀ। ਪਰਉਪਕਾਰ ਹੈ, ਪਰਉਪਕਾਰ ਕਰਦੀ। ਦੁੱਧੋਂ ਦਹੀਂ ਵਿਲੋਈ ਹੈ, ਦੁੱਧੋਂ ਦਹੀਂ ਕੱਢੀ। ਦਹੀਂਆਂ ਚੀਚ ਖਾਏ ਹੋਏ ਕਚੱਜ ਅਚਾਰਾ। ਕਹਿੰਦੇ ਫਿਰ ਉਹ 'ਚ ਦੁੱਧ, ਘਿਓ, ਮੱਖਣ। ਫਿਰ ਵਿਆਹ ਸ਼ਾਦੀਆਂ 'ਤੇ ਲੰਗਰ, ਕਿੰਨਾ ਕੁਝ ਹੁੰਦਾ। ਉਹਦਾ ਉਸ ਗਊ ਦੇ ਜਿਹੜੇ ਨੇ ਬੱਚੇ ਉਹ ਬਲਦ ਬਣਦੇ ਨੇ, ਉਹ ਖੇਤਾਂ 'ਚ ਹਲ ਵਾਹੁੰਦੇ ਨੇ। ਇੱਕ ਘਾਹ ਛੋਟੇ ਜਿਹੇ ਦਾਣੇ ਦਾ ਕਿੱਡਾ ਪਸਾਰਾ ਪਸਰਦਾ ਕਿ ਪੂਰੀ ਦੁਨੀਆ ਰੋਟੀ ਖਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਛੋਟਾ ਜਿਹਾ ਘਾਹ ਅਸੀਂ ਤਾਂ ਛੋਟਾ ਜਿਹਾ ਸਮਝ ਕੇ ਲੰਘ ਗਏ ਪੈਰ ਥੱਲੇ, ਪਰ ਕਦੀ ਬਰੀਕੀ ਨਾਲ ਦੇਖੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚ ਘਾਹ ਦੇ ਇੱਕ ਛੋਟੇ ਜਿਹੇ ਤੀਲੇ ਦੀ ਵੀ ਵੈਲਿਊ ਕਿੱਡੀ ਵੱਡੀ ਹੈ। ਕਿ ਉਹ ਦੁੱਧ ਬਣਿਆ, ਘਿਓ ਬਣਿਆ, ਮੱਖਣ ਬਣਿਆ। ਉਹਨੇ ਬਲਦਾਂ ਨੂੰ ਖੇਤਾਂ 'ਚ ਹਲ ਵਾਹੁਣ ਜੋਗੇ ਘਾਹ ਨਹੀਂ ਕੀਤਾ। ਮਾਂ ਘਾਹ ਖਾਂਦੀ ਸੀ, ਉਹਨੇ ਆਪਣੇ ਖੂਨ ਨਾਲ ਬੱਚਾ ਜੰਮਿਆ। ਉਹ ਕਿੱਥੇ ਦੀ ਕਿੱਥੇ ਗੱਲ ਗਈ ਨਾ। ਤੇ ਕਹਿੰਦੇ ਕਿੰਨਾ ਭਲਾ ਕੀਤਾ, ਕਿੰਨਾ ਭਲਾ ਕੀਤਾ। ਇੱਕ ਘਾਹ ਦੇ ਦਾਣੇ ਨੇ, ਉਸ ਘਾਹ ਦੇ ਦਾਣੇ 'ਚ ਵੀ ਰੱਬ ਬੈਠਾ, ਤੀਲੇ 'ਚ ਵੀ ਰੱਬ ਬੈਠਾ। ਤ੍ਰਿਣ ਅੰਦਰ ਵੱਡਾ ਪਸਾਰਾ, ਬਿਦ ਮੁਨ ਬ੍ਰਿੰਦ। ਬਿਦ ਕਹਿੰਦੇ ਨੇ ਵਿਧਾਤਾ ਨੂੰ। ਘਾਹ ਦਾ ਤੀਲਾ ਬਹੁਤ ਛੋਟੀ ਚੀਜ਼ ਹੈ ਸਾਡੇ ਲਈ। ਬ੍ਰਹਮਾ ਬਹੁਤ ਵੱਡੀ ਚੀਜ਼ ਹੈ, ਦੁਨੀਆ ਨੂੰ ਬਣਾਇਆ ਉਸਨੇ। ਤੇ ਮੁਨੀ ਰਿਸ਼ੀ ਯਾਨੀ ਵੱਡੇ ਛੋਟੇ, ਚੰਗੇ ਮਾੜੇ, ਸਭ ਉਹਦੀ ਖੇਡ ਹੈ। ਆਖੋ ਸ੍ਰੀ ਵਾਹਿਗੁਰੂ। ਹਾਂਜੀ, ਭਨਤ ਪਰਾਵਰ ਪਰਮਾਨੰਦ। ਸਾਰੇ ਕਹਿੰਦੇ ਨੇ ਉਹ ਪਰਾਵਰ, ਪਰੇ ਤੋਂ ਪਰੇ, ਸਭ ਤੋਂ ਸ੍ਰੇਸ਼ਟ ਪਰਮ ਆਨੰਦ ਸਰੂਪ ਹੈ। ਕਰੈ ਆਨੰਦ ਆਨੰਦੀ ਮੇਰਾ, ਘਟ ਘਟ ਅੰਤਰ ਸਿਰ ਸਿਰੈ ਨਵੇਰਾ। ਸਿਰ ਸਾਹਾਂ ਕੇ ਸਾਚਾ ਸਾਹਿਬ, ਅਵਰ ਨਾਹੀ ਕੋ ਦੂਜਾ ਹੈ। ਪਰਮਾਨੰਦ, ਪਰਮਾਨੰਦ ਸਰੂਪ ਹੈ ਵਾਹਿਗੁਰੂ। ਮਨ ਬੁੱਧ ਚਿਤ ਗਿਰਾ ਲਹਿ ਨਾਹੀ। ਉਹਨੂੰ ਨਾ ਤਾਂ ਮਨ ਦੁਆਰਾ ਜਾਣਿਆ ਜਾ ਸਕਦਾ। ਸਾਡੇ ਕੋਲ ਜਾਣਨ ਦੇ ਕੁਝ ਵਸੀਲੇ ਹਨ। ਅੱਖਾਂ, ਕੰਨ, ਨੱਕ, ਚਮੜੀ ਤੇ ਜੀਭ। ਇਹ ਪੰਜ ਸਾਰਿਆਂ ਕੋਲ ਨੇ ਜਾਣਨ ਦੇ। ਕਾਲਾ, ਗੋਰਾ, ਚਿੱਟਾ, ਪੀਲਾ, ਨੀਲਾ ਅਸੀਂ ਅੱਖਾਂ ਨਾਲ ਜਾਣ ਸਕਦੇ ਹਾਂ। ਆਵਾਜ਼ ਨਗਾਰੇ ਦੀ ਆ ਰਹੀ ਹੈ ਜਾਂ ਢੋਲ ਦੀ ਆ ਰਹੀ ਹੈ, ਬੰਸਰੀ ਵੱਜ ਰਹੀ ਹੈ ਜਾਂ ਬੈਂਜੋ ਵੱਜ ਰਹੀ ਹੈ, ਜਾਂ ਕੋਇਲ ਬੋਲਦੀ ਹੈ ਜਾਂ ਕਾਂ ਰੌਲਾ ਪਾ ਰਿਹਾ, ਇਹ ਕੰਨਾਂ ਤੋਂ ਪਤਾ ਲੱਗ ਸਕਦਾ। ਦੁਰਗੰਧੀ ਆ ਰਹੀ ਹੈ, ਸੁਗੰਧੀ ਆ ਰਹੀ ਹੈ, ਬਦਬੂ ਆ ਰਹੀ ਹੈ, ਖੁਸ਼ਬੂ ਆ ਰਹੀ ਹੈ, ਨੱਕ ਤੋਂ ਪਤਾ ਲੱਗ ਸਕਦਾ। ਗਿੱਲਾ ਹੈ, ਸੁੱਕਾ ਹੈ, ਤੱਤਾ ਹੈ, ਠੰਡਾ ਹੈ, ਸਾਡੀ ਸਕਿਨ ਦੱਸ ਦਿੰਦੀ ਹੈ। ਔਰ ਮਿੱਠਾ ਹੈ, ਖੱਟਾ ਹੈ, ਲੂਣਾ ਹੈ, ਇਹ ਜੀਭ ਦੱਸ ਦਿੰਦੀ ਹੈ। ਅੱਛਾ ਦੱਸੋ, ਅੱਖਾਂ ਦੱਸ ਸਕਦੀਆਂ ਨੇ ਪਰਮਾਤਮਾ ਕਿੱਦਾਂ ਦਾ? ਕੰਨ, ਨੱਕ, ਚਮੜੀ ਨਹੀਂ ਨਾ, ਪੰਜੇ ਗਿਆਨ ਇੰਦਰੀਆਂ ਫੇਲ ਨੇ। ਫਿਰ ਅੰਤःਕਰਣ ਦੀਆਂ ਬਿਰਤੀਆਂ ਨੇ, ਮਨ, ਫੁਰਨੇ ਕਰਨ ਦੀ ਸ਼ਕਤੀ। ਪਰਮਾਤਮਾ ਤੱਕ ਫੁਰਨਾ ਨਹੀਂ ਕਰ ਸਕਦੀ, ਪਰਮਾਤਮਾ ਨੂੰ ਨਹੀਂ ਪਕੜ ਸਕਦੀ। ਬੁੱਧੀ ਨਿਰਣਾ ਕਰਨ ਦੀ ਸ਼ਕਤੀ ਹੈ, ਪਰਮਾਤਮਾ ਦਾ ਕੀ ਨਿਰਣਾ ਕਰੇਗੀ? ਨਹੀਂ ਕਰ ਸਕਦੀ। ਚਿੱਤ ਵੀ ਉਸ ਦੇ ਅੱਗੇ ਬੇਵੱਸ ਹੈ।
ਹੰਕਾਰ ਵੀ ਉਹਦੇ ਅੱਗੇ ਬੇਵੱਸ ਹੈ। ਅੰਤःਕਰਨ ਦੀਆਂ ਸੂਖਸ਼ਮ ਬਿਰਤੀਆਂ ਵੀ ਜਿਸ ਨੂੰ ਨਹੀਂ ਜਾਣ ਸਕਦੀਆਂ। ਅਨੁਭਵ ਲਖ ਬੋਧਕ ਬਸ ਮਾਹੀ। ਕਹਿੰਦੇ ਸਿਰਫ ਤੇ ਸਿਰਫ ਅਨੁਭਵ ਪ੍ਰਕਾਸ਼ੀ ਹੈ। ਬੋਧਕ ਜਿਸ ਨੂੰ ਬ੍ਰਹਮ ਗਿਆਨ ਹੋ ਚੁੱਕਾ, ਬੋਧ ਹੋ ਚੁੱਕਾ ਹੈ, ਬੋਧ ਕਰਾਸ ਦਵੇ। ਬੋਧਕ ਬੋਧਕ, ਉਹ ਬੋਧ ਵਾਲਾ ਬੋਧ ਕਰਾ ਦੇਵੇ। ਗੁਰੂ ਦੇ ਕੋਲ ਹੈ, ਗੁਰੂ ਉਹਦਾ ਗਿਆਨ ਕਰਾ ਸਕਦਾ ਹੈ। ਇਸ ਕਰਕੇ ਉਹ ਕਿਸੇ ਦੇ ਵੱਸ ਨਹੀਂ। ਅੱਖਾਂ ਨਾਲ ਨਹੀਂ ਦੇਖ ਸਕਦੇ, ਕੰਨਾਂ ਨਾਲ ਨਹੀਂ ਸੁਣ ਸਕਦੇ, ਚਮੜੀ ਨਾਲ ਤੁਸੀਂ ਨਹੀਂ ਛੂ ਸਕਦੇ, ਮਨ ਕਰਕੇ ਵੀ ਤੁਹਾਡੀ ਪਕੜ 'ਚ ਨਹੀਂ ਆ ਸਕਦਾ, ਬੁੱਧੀ ਕਰਕੇ ਵੀ ਤੁਹਾਡੀ ਪਕੜ 'ਚ ਨਹੀਂ ਆ ਸਕਦਾ। ਸਿਰਫ ਗੁਰੂ ਕਰ ਸਕਦਾ ਹੈ, ਤੁਹਾਡਾ ਪਰਦਾ ਚੁੱਕ ਦੇਵੇ, ਤੁਹਾਨੂੰ ਬ੍ਰਹਮ ਦੇ ਦਰਸ਼ਨ ਕਰਾ ਦੇਵੇ। ਇਸ ਕਰਕੇ ਕਹਿੰਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਤੇ ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਬੋਧਕ ਵਸ ਚਾਹੀਏ। ਬੋਧਕ ਮੈਨੇ ਗਿਆਨ ਕਰਾਉਣ ਵਾਲਾ ਗੁਰੂ, ਉਹਦੇ ਵਸ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਗੁਰ ਗੋਬਿੰਦ ਦੋਨੋਂ ਖੜੇ, ਗੁਰੂ ਵੀ ਖੜਾ ਤੇ ਗੋਬਿੰਦ ਵੀ ਖੜਾ। ਕਿਸ ਕੇ ਲਾਗੋਂ ਪਾਏ, ਕਿਹਨੂੰ ਮੱਥਾ ਟੇਕਾਂ? ਕਹਿੰਦੇ ਗੁਰੂ ਨੂੰ ਟੇਕੋ। ਬਲਿਹਾਰੀ ਗੁਣ ਆਪਣੇ, ਜਿਹਨੇ ਗੋਬਿੰਦ ਦਿਓ ਮਿਲਾਏ। ਜੇ ਗੁਰੂ ਨਾ ਹੁੰਦਾ ਤੇ ਗੋਬਿੰਦ ਦੇ ਦਰਸ਼ਨ ਨਹੀਂ ਸੀ ਹੋਣੇ। ਇਸ ਕਰਕੇ ਗੁਰੂ ਸਭ ਤੋਂ ਵੱਡਾ ਹੈ। ਹਾਂਜੀ, ਦੁਤੀ ਪਦਾਰਥ ਗੁਰ ਇਤਨਾਮਾ। ਸੋ ਪਹਿਲਾ ਵਾਹੇ ਸੀ, ਹੁਣ ਗੁਰੂ ਦੇ ਅਰਥ ਕਰਨਗੇ। ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ।